ਵਾਹਿਗੁਰੂ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ। ਵਾਹਿਗੁਰੂ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਵਾਹਿਗੁਰੂ ਅਮਰਦਾਸ ਗੁਰ ਹਿਰਦੈ ਧਿਆਵੋ। ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਾਮੋ ਕਰ ਜੋਰੀ। ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਦੋਹਰਾ ਮਾਰਗ ਰਾਮ ਬਜਰੂੜ ਕੋ ਸੁੰਦਵ ਦੀਹ ਬਜਾਏ। ਫਤਿਹ ਪਾਏ ਪੁਰ ਮੈਂ ਪ੍ਰਵਿਸ਼ੇ ਕਰਜੇ ਫਤਿਹ ਬੁਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਸ਼ਿਸ਼ੋਭਤ ਹੋਏ। ਉਹ ਕੱਲ ਦੇ ਦੀਵਾਨ ਵਿੱਚ ਆਪਣੇ ਬਚਨ ਸਰਵਣ ਕੀਤੇ ਸਨ। ਇੱਕ ਬਜਰੂੜ ਨਾਮ ਦਾ ਪਿੰਡ ਹੈ ਅਨੰਦਪੁਰ ਸਾਹਿਬ ਦੇ ਨੇੜੇ। ਇਸ ਪਿੰਡ ਦੇ ਲੋਕਾਂ ਨੇ ਸੰਗਤ ਨੂੰ ਲੁੱਟਿਆ। ਮਹਾਰਾਜ ਇਸ ਪਿੰਡ ਦੇ ਉੱਪਰ ਚੜ੍ਹਾਈ ਕਰਕੇ ਗਏ। ਇੱਥੇ ਰੰਗੜ ਤੇ ਗੁੱਜਰ ਜਾਤੀ ਦੇ ਬਦਮਾਸ਼ ਕਿਸਮ ਦੇ ਲੋਕ ਰਹਿੰਦੇ ਸਨ। ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਜਿਨ੍ਹਾਂ ਨੇ ਮਾਫੀ ਮੰਗੀ ਉਹਨਾਂ ਦੇ ਪ੍ਰਾਣ ਬਚੇ। ਵਾਹਿਗੁਰੂ ਸੋ ਅੱਜ ਕੱਲ ਉਸ ਪਿੰਡ ਦੇ ਵਿੱਚ ਗੁੱਜਰ ਅਤੇ ਰੰਗੜ ਜਾਤੀ ਦੇ ਲੋਕ ਨਹੀਂ ਰਹਿੰਦੇ। ਬਜਰੂੜ ਪਿੰਡ ਵਸਦਾ ਜ਼ਰੂਰ ਹੈ, ਪਰ ਉਹਦੇ ਵਿੱਚ ਉਸ ਤੋਂ ਮਗਰੋਂ ਹੋਰ ਕਈ ਜਾਤਾਂ ਦੇ ਲੋਕ ਰਹਿਣ ਲੱਗ ਪਏ। ਇਹ ਗੁੱਜਰ ਅਤੇ ਰੰਗੜ ਜਿਹੜੇ ਸਾਨੂੰ ਛੱਡ ਕੇ ਪਿੰਡ ਚਲੇ ਗਏ। ਜਿਹੜਾ ਕਿਲਾ ਮਹਾਰਾਜ ਨੇ ਢਵਾਇਆ ਹੈ ਉਹ ਕਿਲਾ ਢੱਠਾ ਹੋਇਆ ਹੈ। ਅੱਜ ਵੀ ਉਸ ਜਗ੍ਹਾ ਦੇ ਉੱਪਰ ਉੱਥੋਂ ਦੇ ਲੋਕਾਂ ਦੇ ਵੱਲੋਂ ਦੀਵਾ ਜਗਾਇਆ ਜਾਂਦਾ ਹੈ। ਅਤੇ ਜਿੱਥੇ ਮਹਾਰਾਜ ਦੇ ਸਿੰਘ ਸ਼ਹੀਦ ਹੋਏ, ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਵਿੱਚ ਵੀ ਗੁਰੂ ਘਰ ਜਿਹੜਾ ਹੈ ਉਹ ਸੰਗਤਾਂ ਦੇ ਵੱਲੋਂ
ਦਰਸ਼ਨਾਂ ਦੇ ਹਿੱਤ ਬਣਾਉਣ ਦੀ ਤਿਆਰੀ ਹੈ। ਸੰਗਤਾਂ ਉਪਰਾਲਾ ਕਰ ਰਹੀਆਂ। ਐਸਾ ਇਤਿਹਾਸ ਬਜਰੂੜ ਨਗਰ ਦਾ ਹੈ ਜੋ ਅਨੰਦਪੁਰ ਸਾਹਿਬ ਦੇ ਨੇੜੇ ਹੈ। ਕੱਲ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ ਤੇ ਇੱਕ ਸਿੱਖ ਨੇ ਬਚਨ ਦੱਸੇ ਕਿ ਮੇਰਾ ਪਿੰਡ ਨੇੜੇ ਹੀ ਹੈ ਬਜਰੂੜ ਦੇ, ਤੇ ਇਹ ਵਾਕਿਆ ਹੀ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੈ ਉੱਥੇ ਵਾਪਰੀ ਹੈ। ਇਹ ਕੁਝ ਨਿਸ਼ਾਨੀਆਂ ਜਿਹੜੀਆਂ ਨੇ ਹਾਲੇ ਵੀ ਉੱਥੇ ਮੌਜੂਦ ਨੇ। ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਆਓ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਾਰ ਗ੍ਰਾਮ ਬਜਰੂੜ ਕੋ ਦੁੰਦਵ ਦੀਹ ਬਜਾਏ। ਬਜਰੂੜ ਪਿੰਡ ਦੇ ਵਿੱਚ ਰਹਿਣ ਵਾਲੇ ਜਿਹੜੇ ਰੰਗੜ ਤੇ ਗੁਜਰ ਸਨ, ਉਹਨਾਂ ਨੂੰ ਭਾਰੀ ਸਜ਼ਾ ਦੇ ਕੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਵਾਸਤੇ ਇਹਨਾਂ ਲੋਕਾਂ ਨੇ ਤੌਬਾ ਕਰ ਲਈ ਹੈ। ਨਗਾਰੇ ਵਜਵਾ ਕੇ ਮਹਾਰਾਜ ਉਥੋਂ ਫਿਰ ਚੱਲ ਪਏ ਹਨ। ਫਤਿਹ ਪਾਏ ਪੁਰਬੈ ਪ੍ਰਵਿਸ਼ੇ ਗਰਜੇ ਫਤਿਹ ਬੁਲਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਬਜਰੂੜ ਨਗਰ ਦੇ ਲੋਕਾਂ ਨੂੰ ਮਹਾਰਾਜ ਦਾ ਸੰਗਤ ਦੇ ਨਾਲ ਜਾਂ ਉਥੋਂ ਦੇ ਰਹਿਣ ਵਾਲੇ ਵਸਨੀਕਾਂ ਨਾਲ ਕੋਈ ਵੈਰ ਨਹੀਂ ਹੈ। ਜਿਹੜੇ ਬਦਮਾਸ਼ ਕਿਸਮ ਦੇ ਲੋਕ ਸਨ, ਸੰਗਤ ਨੂੰ ਤੰਗ ਕਰਨ ਵਾਲੇ, ਮਾੜਾ ਬੋਲਣ ਵਾਲੇ, ਲੁੱਟਣ ਵਾਲੇ, ਉਹਨਾਂ ਨੂੰ ਸਜ਼ਾ ਦਿੱਤੀ ਮਹਾਰਾਜ ਦੀ। ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚੇ ਹਨ। ਚੌਪਈ ਜਹ ਕਹਿ ਸੁਧ ਪਸਰੀ ਭਾ ਜੰਗ। ਇਹ ਜਿੱਥੇ ਕਿੱਥੇ ਖਬਰਾਂ ਫੈਲ ਗਈਆਂ ਵੀ ਮਹਾਰਾਜ ਦਾ ਜੰਗ ਹੋਇਆ ਹੈ। ਦੁਰਗ ਦੀ ਦਿੜ ਤਤਸ਼ਨ ਭੰਗ। ਇਹਨਾਂ ਨੇ ਬਜਰੂੜ ਵਾਲਿਆਂ ਨੇ ਕਿਲਾ ਬਣਾਇਆ ਸੀ ਤੇ ਉਹ ਕਿਲਾ ਮਹਾਰਾਜ ਨੇ ਢਾ ਦਿੱਤਾ ਹੈ। ਇਹ ਵੀ ਖਬਰਾਂ ਦੁਨੀਆ ਨੂੰ ਪਹੁੰਚੀਆਂ ਹਨ। ਅਰੇ ਉਹਨਾਂ ਕੋਈ ਸਿੰਘ ਨੇ ਆ ਕੇ ਇਹ ਵੀ ਗੱਲ ਫੈਲ ਗਈ ਵੀ ਮਹਾਰਾਜ ਦੇ ਖਾਲਸੇ ਦੇ ਅੱਗੇ ਇਸ ਵੇਲੇ ਕੋਈ ਅੜ ਨਹੀਂ ਸਕਦਾ ਹੈ। ਉਪਰੇ ਦੀਨ ਭਏ ਕੈ ਭਾਗੇ। ਕੁਝ ਜਿਹੜੇ ਦੀਨ ਬਣੇ ਉਹ ਬਚੇ ਨੇ, ਜਾਂ ਉਹ ਬਚੇ ਜਿਹੜੇ ਭੱਜ ਗਏ ਮੈਦਾਨ ਛੱਡ ਕੇ। ਮਹਾਰਾਜ ਦੇ ਸਿੰਘਾਂ ਤੋਂ ਉਹ ਬਚੇ ਜਿਹੜੇ ਮੈਦਾਨ ਛੱਡ ਕੇ ਭੱਜੇ, ਜਾਂ ਜਿਨ੍ਹਾਂ ਨੇ ਪੈਰ ਫੜ ਲਿਆ ਆ ਕੇ ਮਾਫ ਕਰ ਦਿਓ, ਉਹ ਬਚੇ। ਬਾਕੀਆਂ ਨੂੰ ਸਜ਼ਾਵਾਂ ਮਿਲੀਆਂ। ਇਹੋ ਜਿਹੀਆਂ ਗੱਲਾਂ ਪਿੰਡਾਂ ਦੇ ਵਿੱਚ ਅੱਗੇ ਫੈਲ ਗਈਆਂ ਹਨ। ਪੰਥ ਵਿਸਾਲ ਬਿਦਤ ਨਿਤ ਭਇਓ। ਸਤਿਗੁਰਾਂ ਦਾ ਪੰਥ ਅੱਗੇ ਤੋਂ ਅੱਗੇ ਵੱਧਦਾ ਹੈ। ਸਭਨ ਚੁਗਿਰਦੇ ਡਰ ਉਪਜਿਓ। ਤੇ ਕਹਿਣ ਲੱਗੇ ਵੀ ਚਾਰ ਸਫੇਰੇ ਖਾਲਸੇ ਦਾ ਦਬਦਬਾ ਪੈਦਾ ਹੋ ਗਿਆ ਹੈ। ਸਿੰਘਨ ਕੋ ਸੰਗਰ ਲੱਖ ਇਹ ਗਾਢੋ। ਸਿੰਘਾਂ ਦਾ ਬੜਾ ਭਿਆਨਕ ਜੰਗ ਹੋਇਆ। ਗੁਰਮੁਖੋ ਜਿਹੜੇ ਪਿੰਡ ਵਾਲੇ ਕਿਲਾ ਬਣਾ ਕੇ ਬੈਠੇ, ਉਹ ਪੋਲੇ ਪੈਰੀ ਨਹੀਂ ਬੈਠੇ, ਪੂਰੀ ਤਿਆਰੀ ਦੇ ਨਾਲ ਰਹਿੰਦੇ ਸਨ। ਉਹਨਾਂ ਦੇ ਨਾਲ ਬੜਾ ਭਿਆਨਕ ਜੰਗ ਹੋਇਆ ਹੈ। ਕੌਣ ਸੁਬਟ ਆਗੇ ਹੋਏ ਠੰਡੋ। ਅਤੇ ਉਹਨਾਂ ਦੇ ਅੱਗੇ ਫਿਰ ਖੜੇਗਾ ਕੌਣ? ਇਹ ਤੇ ਗੁਰੂ ਦਸ਼ਮੇਸ਼ ਦਾ ਖਾਲਸਾ ਹੀ ਹੈ, ਜਿਹੜਾ ਉਹਨਾਂ ਬਦਮਾਸ਼ਾਂ ਦੇ ਨਾਲ ਟੱਕਰ ਲੈ ਕੇ ਉਹਨਾਂ ਦਾ ਕਿਲਾ ਢਾਹ ਕੇ ਤੇ ਬਣਦੀਆਂ ਸਜ਼ਾਵਾਂ ਦੇ ਕੇ ਆਇਆ। ਪਿੰਡਾਂ ਦੇ ਲੋਕ ਹੁਣ ਕਹਿੰਦੇ ਨੇ ਵੀ ਇਹੋ ਜਿਹਾ ਕਿਹੜਾ ਹੈ ਜਿਹੜਾ ਮਹਾਰਾਜ ਦੇ ਖਾਲਸੇ ਦੇ ਸਾਹਮਣੇ ਖੜਨਾ ਕਰੇ। ਅਤਾ ਹੈ ਤੁਫੰਗਨ ਕੋ ਕਰ ਹੇਲਾ। ਮਹਾਰਾਜ ਦੇ ਸੂਰਮੇ ਬੰਦੂਕਾਂ ਦਾ ਭਾਰੀ ਹੱਲਾ ਕਰਦੇ ਹਨ। ਉੱਪਰ ਪਰੈ ਰੇਲ ਅਰ ਪੇਲਾ। ਅਤੇ ਫਿਰ ਪੈ ਜਾਂਦੇ ਉੱਪਰ ਰੇਲ ਪੇਲ ਤੋਂ ਭਾਵ ਹੁੰਦਾ ਵੀ ਧੱਕਾ ਮੁੱਕੀ ਸ਼ੁਰੂ ਹੋ ਜਾਣੀ। ਐਸਾ ਜੰਗ ਕਰਦੇ ਹਨ। ਤਬ ਤੇ ਡਰ ਧਰ ਗ੍ਰਾਮ ਵਿਸਾਲਾ। ਗੁਰਮੁਖੋ ਇੱਕ ਪਿੰਡ ਵਾਲਿਆਂ ਨੂੰ ਸਜ਼ਾ ਮਿਲੀ ਹੈ, ਉਹ ਗੱਲ ਦੂਰ ਦੂਰ ਕਈ ਪਿੰਡਾਂ ਤੱਕ ਚਲੇ ਗਏ। ਹੁਣ ਸਾਰੇ ਪਿੰਡਾਂ ਦੇ ਲੋਕ ਭੈ ਰੱਖਦੇ ਵੀ ਮਹਾਰਾਜ ਦੀ ਸੰਗਤ ਨੂੰ ਕੁਝ ਨਹੀਂ ਕਹਿਣਾ। ਜੇ ਅਸੀਂ ਸੰਗਤ ਨੂੰ ਤੰਗ ਕਰਾਂਗੇ, ਸੰਗਤ ਨੂੰ ਲੁੱਟਾਂਗੇ ਤੇ ਸਾਨੂੰ ਸਜ਼ਾ ਮਿਲੇਗੀ। ਇਹ ਦੂਰ ਤੱਕ ਗੱਲ ਫੈਲ ਗਈ ਹੈ। ਸੰਗਤ ਕੋ ਨਾ ਕਹੈ ਕਿਸ ਕਾਲਾ। ਸੰਗਤ ਮਹਾਰਾਜ ਦੀ ਜਦੋਂ ਮਰਜ਼ੀ ਹੋਣੇ ਆਵੇ, ਭਾਵੇਂ ਕੋਈ ਰਾਤ ਵੀ ਤੁਰ ਪਵੇ ਤੇ ਤਾਂ ਵੀ ਰਾਤ ਨੂੰ ਵੀ ਕੋਈ ਚੋਰ ਉਚੱਕਾ, ਕੋਈ ਉਡਾਕੂ, ਕੋਈ ਲਟੇਰਾ, ਸੰਗਤ ਨੂੰ ਕੋਈ ਕੁਝ ਨਹੀਂ ਕਹਿੰਦਾ। ਐਸਾ ਡਰ ਇਹਨਾਂ ਦੇ ਮਨ ਵਿੱਚ ਪੈਦਾ ਹੋ ਗਿਆ। ਸੰਧਿਆ ਸੁਬਹ ਚਲੀ ਮਗ ਆਵੇ। ਮਹਾਰਾਜ ਦੀ ਸੰਗਤ ਭਾਵੇਂ ਸ਼ਾਮ ਨੂੰ ਆ ਜਾਵੇ, ਭਾਵੇਂ ਸਵੇਰੇ ਆ ਜਾਵੇ, ਭਾਵੇਂ ਦੁਪਹਿਰੇ ਆ ਜਾਵੇ, ਹੁਣ ਕੋਈ ਰੋਕਣ ਵਾਲਾ, ਹਟਕਣ ਵਾਲਾ, ਲੁੱਟਣ ਵਾਲਾ, ਮਾੜਾ ਚੰਗਾ ਬੋਲਣ ਵਾਲਾ ਕੋਈ ਹਿਆ ਨਹੀਂ ਕਰਦਾ। ਕਿਸੇ ਦਾ ਇੰਨੀ ਹਿੰਮਤ ਨਹੀਂ ਪੈਂਦੀ ਵੀ ਅਸੀਂ ਕੋਈ ਜਵਾਬ ਦੇ ਸਕੀਏ ਜਾਂ ਕਹਿ ਸਕੀਏ। ਐਸਾ ਡਰ ਪੈਦਾ ਹੋ ਗਿਆ ਹੈ। ਦੁਸ਼ਟ ਮਿਲੈ ਕੋ ਹਾਥ ਨਾ ਪਾਵੇ। ਕਹਿਣ ਲੱਗੇ ਦੁਸ਼ਟ ਮਿਲਦੇ ਜ਼ਰੂਰ ਨੇ ਆਪਸ ਵਿੱਚ, ਪਰ ਹਿੰਮਤ ਕਿਸੇ ਦੀ ਨਹੀਂ ਵੀ ਹੱਥ ਕੌਣ ਪਾਵੇ। ਸਲਾਹਾਂ ਕਰਦੇ ਜ਼ਰੂਰ ਵੀ ਸੰਗਤ ਤੁਰੀ ਜਾ ਰਹੀ ਹੈ, ਇਹਨਾਂ ਕੋਲ ਸੋਨਾ ਹੋਵੇਗਾ, ਗਹਿਣਾ ਹੋਵੇਗਾ, ਪੈਸੇ ਹੋਣਗੇ, ਚੰਗਾ ਕੋਈ ਪਦਾਰਥ ਹੋਵੇਗਾ, ਲੁੱਟਣਾ ਚਾਹੀਦਾ। ਸਲਾਹਾਂ ਤੇ ਕਰਦੇ ਨੇ ਸੰਗਤ ਨੂੰ ਵੇਖ ਕੇ ਜਾਂਦਿਆਂ,
ਪਰ ਹਿੰਮਤ ਨਹੀਂ ਕਿਸੇ ਦੀ ਪੈਂਦੀ ਵੀ ਸੰਗਤ ਨੂੰ ਕੋਈ ਹੱਥ ਪਾਵੇ। ਐਸਾ ਡਰ ਮਹਾਰਾਜ ਦੇ ਖਾਲਸੇ ਦਾ ਹੈ। ਪ੍ਰਥਮੇ ਆਲਸੂਨ ਕੋ ਮਾਰਾ। ਸਤਿਗੁਰਾਂ ਨੇ ਇਸ ਤੋਂ ਪਹਿਲਾਂ ਇੱਕ ਆਲੂਸੂਨ ਨਾਮ ਦਾ ਪਿੰਡ ਸੀ ਪਹਾੜਾਂ ਵਾਲੇ ਪਾਸੇ, ਉਹਨਾਂ ਨੇ ਵੀ ਸੰਗਤ ਨੂੰ ਲੁੱਟਿਆ ਸੀ। ਪਹਿਲਾਂ ਉਸ ਪਿੰਡ ਨੂੰ ਮਹਾਰਾਜ ਨੇ ਸਜ਼ਾਵਾਂ ਦਿੱਤੀਆਂ ਸਨ। ਨੋਹ ਬਜ਼ਰੂੜ ਬਹੁਰ ਸੰਘਾਰਾ। ਉਸ ਤੋਂ ਮਗਰੋਂ ਇੱਕ ਨੋਹ ਨਾਮ ਦਾ ਪਿੰਡ ਹੈ, ਉਹ ਪਿੰਡ ਵਾਲਿਆਂ ਨੇ ਵੀ ਸੰਗਤ ਨੂੰ ਲੁੱਟਿਆ, ਉਹਨਾਂ ਨੂੰ ਵੀ ਸਜ਼ਾ ਮਿਲੀਆਂ। ਤੇ ਹੁਣ ਬਜਰੂੜ ਪਿੰਡ, ਇਹ 3 ਪਿੰਡ ਸਨ। ਵਾਰੀ-ਵਾਰੀ ਇਹਨਾਂ ਤਿੰਨਾਂ ਦੇ ਨਾਲ ਮਹਾਰਾਜ ਦਾ ਜੰਗ ਹੋਇਆ। ਇਹ ਵੱਖ-ਵੱਖ ਸਾਈਡਾਂ ਤੇ ਵੱਖ-ਵੱਖ ਇਲਾਕਿਆਂ ਵਿੱਚ 3 ਪਿੰਡ ਨੇ, ਸੰਗਤ ਨੂੰ ਤੰਗ ਕਰਦੇ ਸਨ ਆਉਂਦਿਆਂ ਜਾਂਦਿਆਂ। ਇਹਨਾਂ ਤਿੰਨਾਂ ਪਿੰਡਾਂ ਨੂੰ ਮਹਾਰਾਜ ਨੇ ਵਾਰੀ-ਵਾਰੀ ਸਜ਼ਾ ਦਿੱਤੀ ਹੈ। ਜੋ ਅਬ ਸੰਗਤ ਕੋ ਕਰ ਪਾਵੇ। ਜਿਹੜਾ ਹੁਣ ਸੰਗਤ ਨੂੰ ਆ ਕੇ ਹੱਥ ਪਾਵੇਗਾ, ਤਿੰਨ ਮਨਿੰਦ ਆਪ ਉਜਰਾਵੇ। ਸੰਗਤਾਂ ਕਹਿੰਦੀਆਂ ਵੀ ਉਹਨੂੰ ਮਹਾਰਾਜ ਨੇ ਉਜਾੜ ਦੇਣਾ ਹੈ। ਜਿਵੇਂ ਉਹ 3 ਪਿੰਡ ਉਜਾੜੇ ਨੇ ਨਾ, ਇੱਕ ਬਜਰੌੜ ਹੈ, ਇੱਕ ਨੋਹ ਪਿੰਡ ਹੈ, ਇੱਕ ਆਲਸੂਨ ਪਿੰਡ ਹੈ। ਜਿਵੇਂ ਇਹ 3 ਪਿੰਡਾਂ ਨੂੰ ਸਜ਼ਾ ਮਿਲੀ ਹੈ, ਜਿਹੜਾ ਹੁਣ ਸੰਗਤ ਨੂੰ ਤੰਗ ਕਰੇਗਾ ਉਹਦਾ ਪਿੰਡ ਵੀ ਇਸੇ ਤਰ੍ਹਾਂ ਸਜ਼ਾ ਪਾਵੇਗਾ। ਲੈਣ ਰਹਿ ਦੋਨੋਂ ਬਨ ਜਾਏ। ਸੋ ਕਹਿਣ ਲੱਗੇ ਵੀ ਲੈਣਾ ਤੇ ਕਿਤੇ ਰਿਹਾ, ਦੇਣਾ ਬਣ ਜਾਏਗਾ। ਲੋਕ ਡਰ ਗਏ, ਸੰਗਤ ਕੋਲੋਂ ਲੁੱਟ ਕੇ ਲੈਣਾ ਤੇ ਦੂਰ ਦੀ ਗੱਲ ਹੈ, ਮਹਾਰਾਜ ਨੇ ਤੇ ਸਾਡੇ ਘਰ ਜਿਹੜਾ ਪਿਆ ਉਹ ਵੀ ਲੁੱਟ ਕੇ ਲੈ ਜਾਣਾ। ਲੈਣ ਦੀ ਬਜਾਈ ਕਿਤੇ ਦੇਣਾ ਹੀ ਨਾ ਪੈ ਜਾਵੇ, ਲੈਣੇ ਦੀ ਥਾਂ ਤੇ ਕਿਤੇ ਦੇਣੇ ਨਾ ਪੈ ਜਾਣ, ਐਸਾ ਡਰ ਪ੍ਰਾਪਤ ਹੋ ਗਿਆ ਹੈ। ਮਰਨ ਹੋਏ ਪੁਨ ਘਰ ਉਜਰਾਏ। ਇੱਕ ਜੰਗ ਕਰਨਾ ਪਵੇਗਾ, ਜੰਗ ਵਿੱਚ ਮਰਨਾ ਵੀ ਪਵੇਗਾ, ਜ਼ਖਮੀ ਹੋਣਾ ਪਵੇਗਾ, ਘਰ ਬਣਾਉਣਾ ਪਵੇਗਾ, ਉਜੜਨਾ ਪਵੇਗਾ। ਤੇ ਆਪਾਂ ਫਿਰ ਸੰਗਤ ਦੇ ਨਾਲ ਕਿਉਂ ਪੰਗਾ ਲਈਏ, ਕਿਉਂ ਸੰਗਤ ਨੂੰ ਮਾੜਾ ਕਹੀਏ, ਜਿੱਥੇ ਜਾਣ ਦਾ ਵੀ ਖਤਰਾ ਹੈ, ਘਰ ਉਜੜਨ ਦਾ ਵੀ ਖਤਰਾ ਹੈ। ਇਸ ਤਰ੍ਹਾਂ ਦਾ ਡਰ ਪਾ ਕੇ ਹੁਣ ਸੰਗਤ ਨੂੰ ਕੋਈ ਪਿੰਡ ਵਾਲਾ ਕੋਈ ਕਹਿੰਦਾ ਨਹੀਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ। ਮਹਾਰਾਜ ਬੜੇ ਹਠੀ ਸੂਰਮੇ ਹਨ। ਕੌਣ ਅਰੈ ਤਨ ਸੰਗ ਅਰੀਲਾ। ਉਹਨਾਂ ਦੇ ਨਾਲ ਕੌਣ ਅੜ ਸਕਦਾ ਹੈ। ਇਤਿਆਦਕ ਹੈ ਆਪਸ ਮਾਹੀ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੇ। ਡਰ ਧਰ ਮਗ ਲੂਟਤ ਕੋ ਹੁਣ ਨਾ। ਰਸਤੇ ਵਿੱਚ ਕੋਈ ਸੰਗਤ ਨੂੰ ਲੁੱਟਦਾ ਨਹੀਂ ਹੈ। ਬਾਟ ਪਾਰ ਠੱਗ ਚੋਰ ਸੁਈਆ। ਜਿੰਨੇ ਵੀ ਰਾਹ ਮਾਰਨੇ ਠੱਗ ਨੇ, ਚੋਰ ਜੋ ਵੀ ਹਨ। ਗਹਿ ਗਹਿ ਕੈਦ ਕੇ ਦੀਨੇ ਮਾਰ। ਕੁਝ ਕੈਦ ਕਰ ਲੈ ਮਹਾਰਾਜ ਨੇ। ਲੁੱਟਣ ਵਾਲੇ ਚੋਰ ਤੇ ਡਾਕੂ ਠੱਗ ਕਈਆਂ ਨੂੰ ਮੌਤ ਦੀ ਸਜ਼ਾ ਪ੍ਰਾਪਤ ਹੋਈ ਹੈ। ਤਬ ਕੇ ਦੁਸ਼ਟ ਤੇਜ ਗੁਰ ਹੇਰਾ। ਸਤਿਗੁਰਾਂ ਦਾ ਤੇਜ ਵੇਖ ਕੇ ਡਰ ਗਏ, ਜਿਹੜੇ ਦੁਖੀ ਸਾਨਾ ਗੁਰੂ ਘਰ ਦੇ ਡਰ ਕੇ ਬੈਠ ਗਏ ਹਨ। ਇਹ ਸ਼ਾਂਤ ਜਿਤ ਕਿਤ ਤਿਸ ਵੇਰਾ। ਜਿੱਥੇ ਕਿਥੇ ਵੀ ਇਸ ਵੇਲੇ ਪੂਰੀ ਸ਼ਾਂਤੀ ਪੈਦਾ ਹੋ ਗਈ ਹੈ। ਪੰਥੀ ਸੁਖ ਸੁਮਾਰਗ ਚਲੇ। ਹੁਣ ਮਹਾਰਾਜ ਦੀ ਸੰਗਤ ਬੜੇ ਆਰਾਮ ਨਾਲ ਸੁਖ ਦੇ ਨਾਲ ਰਸਤੇ ਦੇ ਉੱਪਰ ਚੱਲਦੀ ਹੈ। ਗ੍ਰਸਤੀ ਮਨੁਜ ਆਨੰਦ ਸੋ ਮਿਲੇ। ਜਿਹੜੇ ਗ੍ਰਸਤੀ ਪਰਿਵਾਰ ਨੇ ਆਪਸ ਵਿੱਚ ਮਿਲ ਕੇ ਬੜੇ ਆਨੰਦ ਨਾਲ ਸੰਗਤ ਦੇ ਵਿੱਚ ਆਉਂਦੇ ਹਨ। ਕਲਗੀ ਧਰ ਕੋ ਦੇਤ ਅਸੀਸ। ਮਹਾਰਾਜ ਜੀਆਂ ਨੂੰ ਆ ਕੇ ਨਮਸਕਾਰਾਂ ਕਰਦੇ। ਔਰ ਕੁਝ ਬਜ਼ੁਰਗ ਵੀ ਆਉਂਦੇ ਸੰਗਤ ਵਿੱਚ, ਉਹ ਅਸੀਸਾਂ ਵੀ ਦਿੰਦੇ। ਬਜ਼ੁਰਗ ਤੇ ਵੱਡਾ ਹੁੰਦਾ ਨਾ। ਹੁਣ ਸਤਿਗੁਰੂ ਗੁਰਤਾ ਗੱਦੀ ਤੇ ਬੈਠੇ ਨੇ, ਕੁਝ ਬਜ਼ੁਰਗ ਆਉਂਦੇ ਵੱਡੀ ਉਮਰ ਦੇ, ਅਸੀਸਾਂ ਵੀ ਦਿੰਦੇ। ਮਹਾਰਾਜ ਤੁਹਾਡਾ ਭਲਾ ਹੋਵੇ, ਤੁਸੀਂ ਸੰਗਤ ਦਾ ਇੰਨਾ ਖਿਆਲ ਰੱਖਦੇ ਹੋ, ਸੰਗਤ ਨੂੰ ਪਾਲਦੇ ਹੋ। ਇਸ ਤਰ੍ਹਾਂ ਸੰਗਤਾਂ ਅਸੀਸਾਂ ਦਿੰਦੀਆਂ ਹਨ। ਕਰੋ ਰਾਜ ਜੀਵੋ ਜੁਗ 20। ਤੁਸੀਂ 20 ਯੁੱਗ ਤੁਹਾਡੀ ਉਮਰਾਂ ਹੋਵੇ, 20 ਯੁੱਗ ਦੀ ਉਮਰਾਂ ਨੂੰ ਮਾਣੋ, ਐਸਾ ਤੁਹਾਡਾ ਰਾਜ ਹੋਵੇ। ਇਸ ਤਰ੍ਹਾਂ ਸੰਗਤ ਅਸੀਸ ਦਿੰਦੀ ਹੈ। ਸਗਲੀ ਦੂਣ ਤਰਾਸ ਕੋ ਪਾਇਓ। ਇਹ ਜਿੰਨੀ ਦੂਣ ਹੈ ਨਾ, ਜਿੱਥੇ ਮਹਾਰਾਜ ਨੇ ਇਹ ਅਨੰਦਪੁਰ ਸਾਹਿਬ ਬਣਾਇਆ ਹੈ, ਇਹ ਸਾਰੀ ਦੂਣ ਦੇ ਵਿੱਚ ਇਸ ਵੇਲੇ ਭੈ ਫੈਲ ਗਿਆ ਹੈ। ਜਬਰੀ ਕਰਨ ਹੱਥ ਉਠਾਇਓ। ਹੁਣ ਕੋਈ ਵੀ ਸੰਗਤ ਦੇ ਨਾਲ ਹੱਥ ਉਠਾ ਕੇ ਜ਼ਬਰਦਸਤੀ ਨਹੀਂ ਕਰਦਾ ਹੈ। ਮਨੋ ਧਰਮ ਕੀ ਨੀਂਵ ਉਸਾਰੀ। ਮੰਨ ਲਓ ਵੀ ਮਹਾਰਾਜ ਨੇ ਗੁਰਮੁਖੋ ਧਰਮ ਦੀ ਨੀਂਹ ਰੱਖ ਦਿੱਤੀ ਹੋਵੇ, ਐਸਾ ਮਹਾਰਾਜ ਨੇ ਰਾਜ ਪੈਦਾ ਕੀਤਾ ਹੈ। ਅਸਰਿਓ ਸੁਜਸ ਕਿਦੋਂ ਫੁਲਵਾਰੀ। ਮਹਾਰਾਜ ਜੀ ਦਾ ਜਸ ਫੁਲਵਾੜੀ ਦੇ ਵਾਂਗ ਫੈਲ ਗਿਆ ਹੈ। ਸੰਗਤ ਦੂਰ ਦੂਰ ਤੇ ਆਵੇ। ਦੂਰੋਂ ਦੂਰੋਂ ਬੇਅੰਤ ਸੰਗਤਾਂ ਚੱਲ ਕੇ ਆਉਂਦੀਆਂ ਹਨ। ਅਜਬ ਉਪਾਇਨ ਅਨਗਨ ਲਿਆਵੇ। ਅਤੇ ਬੜੀਆਂ ਸੋਹਣੀਆਂ ਸੋਹਣੀਆਂ ਭੇਟਾਂ ਲਿਆ ਕੇ ਮਹਾਰਾਜ ਨੂੰ ਦਿੰਦੇ ਹਨ। ਧਨੈ ਕੇਸ ਕਛ ਪਹਿਰਾਂ ਜੇ। ਕੁਝ ਸੰਗਤਾਂ ਕੇਸ ਰੱਖ ਲੈਂਦੀਆਂ, ਜਿਨ੍ਹਾਂ ਦੇ ਕੇਸ ਕੱਟੇ ਹੋਏ ਨਾ, ਸੰਗਤ ਵਿੱਚ ਆ ਕੇ ਕੋਈ ਕੇਸ ਰੱਖ ਲੈਂਦਾ। ਕੋਈ ਆਖਦਾ ਮਹਾਰਾਜ ਹੁਣ ਮੈਂ ਕਕਾਰ ਪਾਵਾਂਗਾ, ਮੈਂ ਕਕਾਰ ਪਾਉਣ ਲੱਗ ਪਿਆ। ਕੋਈ ਕਿਰਪਾਨ ਪਾਉਂਦਾ, ਕੋਈ ਕਸਹਿਰਾ ਪਹਿਨਦਾ, ਕੋਈ ਵਸਤਰ ਪਹਿਨਦਾ, ਕੋਈ ਸ਼ਸਤਰ ਪਹਿਨਦਾ। ਸੰਗਤ ਵਿੱਚ ਤਬਦੀਲੀ ਆ ਰਹੀ ਹੈ, ਅੱਗੇ ਤੋਂ ਅੱਗੇ ਜੀਵਨ ਵੱਧਦਾ ਜਾ ਰਿਹਾ ਹੈ। ਰਹਿ ਸਮੀਪ ਪ੍ਰਭੂ ਕਹਤੇ। ਤੇ ਕੁਝ ਸੰਗਤਾਂ ਮਹੀਨੇ ਦੀ ਸੇਵਾ ਲਿਖਾ ਲੈਂਦੀਆਂ। ਮਹਾਰਾਜ ਮੈਂ ਮਹੀਨਾ ਅਨੰਦਪੁਰ ਸਾਹਿਬ ਦੇ ਵਿੱਚ ਰਹਿ ਕੇ ਤੁਹਾਡੇ ਕੋਲ ਸੇਵਾ ਕਰਾਂਗਾ। ਕੋਈ ਆਖਦਾ ਮਹਾਰਾਜ ਮੈਂ 2 ਮਹੀਨੇ ਰਵਾਂਗਾ, ਕੋਈ ਆਖਦਾ ਮੈਂ 6 ਮਹੀਨੇ ਰਵਾਂਗਾ।
ਕਈ ਸੰਗਤਾਂ ਇਸ ਤਰ੍ਹਾਂ ਆ ਕੇ ਸੇਵਾ ਲੈਂਦੀਆਂ ਹਨ ਜੋ ਆਵਤ ਹੈ ਦਰਸ਼ਨ ਹੇਤ ਤੇ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਤਿਨ ਹਨ ਉਪਦੇਸ਼ ਤਿਸੀ ਵਿਦ ਦੇ ਸਤਿਗੁਰੂ ਜੀ ਸਾਰੀ ਸੰਗਤ ਨੂੰ ਭਾਈ ਉਪਦੇਸ਼ ਦਿੰਦੇ। ਸੰਗਤ ਵਿੱਚ ਕੋਈ ਵੀ ਆਵੇ, ਦਰਬਾਰ ਮਹਾਰਾਜ ਦਾ ਦੋਵੇਂ ਟਾਈਮ ਸਜਾਇਆ ਜਾਂਦਾ, ਦੋਨੇ ਟਾਈਮ ਸੰਗਤ ਦਰਬਾਰ ਵਿੱਚ ਬੈਠਦੀ ਹੈ ਆ ਕੇ, ਕੀਰਤਨ ਸੁਣਦੀਆਂ ਹਨ, ਕਥਾਵਾਂ ਸੁਣਦੀਆਂ, ਗੁਰੂ ਦੇ ਕੋਲੋਂ ਉਪਦੇਸ਼ ਸੁਣਦੇ ਹਨ। ਧਰ ਕੱਛ ਕੇਸ ਸ਼ਸਤਰ ਤਨ ਇਸ ਬੰਧ ਤਰ੍ਹਾਂ ਮਹਾਰਾਜ ਦੀ ਸੰਗਤ ਵਿੱਚ ਤਬਦੀਲੀ ਆ ਰਹੀ ਹੈ। ਜਿਹਨੇ ਕੇਸ ਨਹੀਂ ਰੱਖੇ ਉਹਨੇ ਕੇਸ ਰੱਖ ਲੈ, ਜਿਹਨੇ ਕਕਾਰ ਨਹੀਂ ਪਾਏ ਉਹ ਕਕਾਰ ਪਾਉਣ ਲੱਗ ਪਿਆ, ਜਿਹਨੇ ਸ਼ਸਤਰ ਨਹੀਂ ਸਨ ਕਦੇ ਖਰੀਦੇ ਜਾਂ ਪਹਿਨੇ ਜਾਂ ਸਿੱਖੇ ਉਹ ਸ਼ਸਤਰ ਪਹਿਨਣ ਲੱਗ ਪਏ ਹਨ। ਤੁਰਕ ਦੁਸ਼ਟ ਜਨ ਗਨ ਕੋ ਸਦ ਤੇ ਕਹਿਣ ਲੱਗੇ ਮਹਾਰਾਜ ਜੀ ਦਾ ਹੁਕਮ ਹੈ ਵੀ ਜੇ ਕੋਈ ਦੁਸ਼ਟ ਤੁਹਾਨੂੰ ਦੁੱਖ ਦਿੰਦਾ ਤੇ ਉਹਨੂੰ ਸੋਧਾ ਲਾਉਣਾ ਕਰੋ। ਜੇਕਰ ਆਯੁਧ ਹੋਵਤ ਪਾਸ ਜੇ ਤੁਹਾਡੇ ਕੋਲ ਸ਼ਸਤਰ ਕੋਲ ਹੋਣਗੇ ਹਾਥ ਨਾ ਪਾਏ ਸਕੈ ਰਿਪਤਾਸ਼ ਤੇ ਤੁਹਾਨੂੰ ਕੋਈ ਹੱਥ ਨਹੀਂ ਪਾ ਸਕੇਗਾ। ਇਹ ਜਿਹੜੇ ਆਪਾਂ ਸ਼ਸਤਰ ਪਾਉਣੇ ਆ ਨਾ, 5 ਕਕਾਰ ਪਾਉਂਦੇ, ਸ੍ਰੀ ਸਾਹਿਬ ਪਾਉਂਦੇ, ਇਹ ਮਹਾਰਾਜ ਨੇ ਤਾਂ ਪੁਆਏ ਨੇ ਵੀ ਜੇ ਤੁਹਾਡੇ ਕੋਲ ਸ਼ਸਤਰ ਹੋਣਗੇ ਤੇ ਵੈਰੀ ਤੁਹਾਨੂੰ ਹੱਥ ਨਹੀਂ ਪਾ ਸਕੇਗਾ। ਕੋਈ ਚੋਰ ਉਚੱਕਾ, ਕੋਈ ਡਾਕੂ, ਕੋਈ ਲਟੇਰਾ, ਕੋਈ ਵਾਦ ਘਾਟ ਕਰਨ ਵਾਲਾ ਤੁਹਾਨੂੰ ਹੱਥ ਨਹੀਂ ਪਾਵੇਗਾ। ਅਗਲੇ ਦੇ ਮਨ ਵਿੱਚ ਭੈ ਹੋਵੇਗਾ ਵੀ ਇਹਦੇ ਕੋਲ ਸ਼ਸਤਰ ਹੈ, ਜੇ ਮੈਂ ਚਲਾਵਾਂਗਾ ਤੇ ਮੈਨੂੰ ਅੱਗੋਂ ਮਾਰ ਵੀ ਪਵੇਗੀ। ਸ਼ਸਤਰ ਤਾਂ ਪਹਿਨਾਏ ਤਾਂ ਕਿ ਤੁਹਾਡਾ ਡਰ ਰਵੇ ਦੂਸਰਿਆਂ ਦੇ ਵਿੱਚ, ਤੁਹਾਨੂੰ ਕੋਈ ਲੁੱਟ ਨਾ ਸਕੇ। ਇਸ ਤਰ੍ਹਾਂ ਮਹਾਰਾਜ ਨੇ ਇੱਕ ਕਾਰ ਇਹ ਸ਼ਸਤਰ ਪਵਾਏ ਹਨ। ਹੈ ਸ਼ਸਤਰਨ ਕੋ ਅਧਿਕ ਪ੍ਰਤਾਪ ਮਹਾਰਾਜ ਕਹਿਣ ਲੱਗੇ ਸ਼ਸਤਰ ਦਾ ਪ੍ਰਤਾਪ ਦੇ ਭਾਈ ਬਹੁਤਾ ਹੈ ਦੁਨੀਆ ਦੇ ਵਿੱਚ। ਨਿਵੈ ਜਗਤ ਜਨ ਹੋਇ ਨਿਤ ਤ੍ਰਿਤ ਤਾਪੂ ਮਹਾਰਾਜ ਕਹਿਣ ਲੱਗੇ ਸ਼ਾਸਤਰ ਦੇ ਅੱਗੇ ਦੁਨੀਆ ਨਹੀਂ ਆਉਂਦੀ ਹੈ। ਭਾਵੇਂ ਕੋਈ ਵੱਡਾ ਕਿੰਨਾ ਵੀ ਆਪਣੇ ਆਪ ਨੂੰ ਨਾਡੂ ਖਾਂ ਸਮਝਦਾ ਹੋਵੇ, ਪਰ ਸ਼ਸਤਰ ਧਾਰਨ ਦੇ ਅੱਗੇ ਜਿਹਨੇ ਧਾਰਨ ਕੀਤਾ ਨਾ ਸ਼ਸਤਰਾਂ ਦੇ ਅੱਗੇ ਤੇ ਦੁਨੀਆ ਨਹੀਂ ਆਉਂਦੀ ਹੈ। ਕਿਉਂਕਿ ਦੁਨੀਆ ਦੇ ਵਿੱਚ ਰਾਜ ਜਿਹੜਾ ਸ਼ਸਤਰ ਨਾਲ ਕੀਤਾ ਜਾਂਦਾ। ਇਸ ਕਰਕੇ ਮਹਾਰਾਜ ਜੀ ਦਾ ਬਚਨ ਹੈ ਨਾ, ਕਹਿਣ ਲੱਗੇ ਵੀ ਸਾਡਾ ਖਾਲਸਾ ਜਿਹੜਾ ਨਾ ਸ਼ਸਤਰ ਧਾਰਨ ਕਰੇ ਤੇ ਸ਼ਸਤਰ ਧਾਰੀ ਦੇ ਅੱਗੇ ਫਿਰ ਦੁਨੀਆ ਨਹੀਂ ਆਉਂਦੀ ਹੈ। ਵੱਡੇ ਵੱਡੇ ਨਿਉਂਦੇ ਨੇ ਸ਼ਸਤਰ, ਇਹੋ ਜੀ ਕਮਾਲ ਦੀ ਚੀਜ਼ ਹੈ। ਮੈਂ ਮਸੰਦ ਲੈ ਤੇ ਗੁਰਕਾਰ ਸਤਿਗੁਰਾਂ ਨੇ ਭਾਈ ਹੁਣ ਕਾਰ ਭੇਟਾ ਲੈਣੀ ਬੰਦ ਕਰ ਦਿੱਤੀ ਹੈ ਵੀ ਕੋਈ ਵੀ ਮਸੰਦ ਗ੍ਰਾਹੀ ਨਹੀਂ ਕਰੇਗਾ। ਸੰਗਤ ਆਪ ਲਿਆ ਕੇ ਦੇਵੇ, ਜਿਹਨੇ ਜੋ ਦੇਣਾ ਇਹ ਵੀ ਬੰਦ ਕਰ ਦਿੱਤੀ ਪ੍ਰਥਾ ਮਹਾਰਾਜ ਨੇ। ਸਿੱਖ ਆਪ ਆਨੰਦਰਵਾਰ ਮਹਾਰਾਜ ਨੇ ਹੁਕਮ ਕੀਤਾ ਭਾਈ ਆਪੋ ਆਪਣੀ ਗ੍ਰਾਹੀ ਆਪ ਲੈ ਕੇ ਆਇਆ ਕਰੋ, ਕਿਸੇ ਨੂੰ ਨਾ ਫੜਾਇਆ ਕਰੋ। ਅਸੀਂ ਕੋਈ ਸੇਵਾਦਾਰ ਨਹੀਂ ਹੁਣ ਲਾਇਆ ਗ੍ਰਾਹੀ ਇਕੱਠੀ ਕਰਨ ਵਾਸਤੇ, ਸੰਗਤ ਆਪ ਲੈ ਕੇ ਆਵੇ। ਜਾਂ ਤੁਹਾਡੇ ਪਿੰਡੋਂ ਕੋਈ ਜਥਾ ਆ ਰਿਹਾ, ਤੁਹਾਡਾ ਗੁਆਂਢੀ ਕੋ ਆ ਰਿਹਾ, ਕੋਈ ਇਲਾਕੇ ਵਿੱਚੋਂ ਕੋਈ ਬੰਦਾ ਆ ਰਿਹਾ ਤੁਹਾਨੂੰ ਜਾਣਦਾ ਹੈ, ਉਹਦੇ ਹੱਥ ਭੇਜ ਦਿਓ, ਪਰ ਗ੍ਰਾਹੀ ਆਪਣੀ ਆਪ ਭੇਜੋ ਆਪਣੇ ਜਾਣਕਾਰ ਦੇ ਰਾਹੀਂ। ਅਸੀਂ ਮਸੰਦ ਪ੍ਰਥਾ ਬੰਦ ਕਰ ਦਿੱਤੀ ਹੈ। ਨਹੀਂ ਰੀਤ ਕਲਗੀ ਧਰ ਕੀਨੀ ਇਹ ਸਤਿਗੁਰਾਂ ਨੇ ਨਵੀਂ ਰੀਤੀ ਚਲਾ ਦਿੱਤੀ ਹੈ। ਸਗਰੇ ਦੇਸ਼ ਵਿਦੇਸ਼ਨ ਚੀਨੀ ਇਹ ਸਾਰੀ ਦੁਨੀਆ 'ਚ ਗੱਲ ਫੈਲ ਗਈ, ਦੂਰ ਦੂਰ ਤੱਕ, ਦੇਸ਼ ਵਿੱਚ ਵਿਦੇਸ਼ ਵਿੱਚ, ਨੇੜੇ ਤੇ ਦੂਰ ਇਹ ਗੱਲ ਫੈਲ ਗਈ ਕਿ ਮਹਾਰਾਜ ਨੇ ਇਸ ਵੇਲੇ ਮਸੰਦ ਪ੍ਰਥਾ ਬੰਦ ਕਰ ਦਿੱਤੀ ਹੈ। ਹੁਣ ਮਹਾਰਾਜ ਕਿਸੇ ਬੰਦੇ ਨੂੰ ਨਹੀਂ ਭੇਜਦੇ ਗ੍ਰਾਹੀ ਇਕੱਠੀ ਕਰਨ ਵਾਸਤੇ, ਸੰਗਤ ਆਪ ਆਪਣੀ ਮਾਇਆ ਲਿਜਾ ਕੇ ਗੁਰੂ ਨੂੰ ਭੇਟ ਕਰੇ। ਇਹ ਗੱਲ ਦੂਰ ਤੱਕ ਸੰਗਤਾਂ ਕੋਲ ਪਹੁੰਚ ਗਈ ਹੈ। ਇਸ ਵਿਦ ਕੇਤਕ ਮਾਸ ਬਿਤਾਏ ਇਸ ਤਰ੍ਹਾਂ ਮਹਾਰਾਜ ਨੇ ਕੁਝ ਮਹੀਨੇ ਬਤੀਤ ਕੀਤੇ। ਆਗਨ ਮਹਿ ਸਿੱਖ ਦਰਸ਼ਨ ਆਏ ਗੁਰਮੁਖੋ ਫੱਗਣ ਦਾ ਮਹੀਨਾ ਆ ਗਿਆ, ਦੇਸੀ ਮਹੀਨਾ ਫੱਗਣ ਦਾ, ਇਹਨੇ ਚਿਰ ਨੂੰ ਫੱਗਣ ਦਾ ਮਹੀਨਾ ਆ ਗਿਆ ਹੈ। ਹੋਲਾ ਕਿਉ ਆਨ ਤਿਸ ਕਾਲਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਹੋਲਾ ਮਹੱਲਾ ਮਨਾਇਆ। ਅਨੰਦਪੁਰ ਸਾਹਿਬ ਦੀ ਧਰਤੀ ਤੇ ਆਪਾਂ ਮਾਰਚ ਦੇ ਮਹੀਨੇ ਮਨਾਉਂਦੇ ਆ ਨਾ ਹੋਲੇ ਮਹੱਲੇ ਦਾ ਦਿਹਾੜਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਮਹੱਲਾ ਮਨਾਇਆ ਹੈ। ਗਿਆਨੀ ਧਿਆਨੀ ਸਿੱਖ ਵਿਸਾਲਾ ਇਸ ਮਹੱਲੇ ਦੇ ਵਿੱਚ ਬੜੇ ਬੜੇ ਗਿਆਨੀ ਪੁਰਸ਼, ਬੜੇ ਬੜੇ ਧਿਆਨ ਧਾਰਨ ਕਰਨ ਵਾਲੇ, ਧਿਆਨ ਜੋੜਨ ਵਾਲੇ ਆਏ ਹਨ। ਮਿਲੇ ਕੁਲਾਹਲ ਅਦਿਕ ਪ੍ਰਕਾਸ਼। ਹੁਣ ਜਦੋਂ ਸੰਗਤ ਗੁਰਮੁਖੋਂ ਮਿਲੇਗੀ, ਥੋੜਾ ਬਹੁਤਾ ਸ਼ੋਰ ਸ਼ਰਾਬਾ ਤੇ ਹੋਵੇਗਾ, ਰੌਲਾ ਰੱਪਾ ਤੇ ਪੈਂਦਾ ਹੀ ਹੈ। ਜਿੱਥੇ ਮੇਲਾ ਹੋਵੇ, ਅਨੰਦਪੁਰ ਸਾਹਿਬ ਦੇ ਵਿੱਚ ਬੜਾ ਸ਼ੋਰ ਹੋ ਰਿਹਾ ਹੈ। ਰਾਗ ਰੰਗ ਅਰ ਸਵਾਗਤ ਵਾਸ਼ੇ ਮਹਾਰਾਜ ਦੇ ਜਿਹੜੇ ਕੀਰਤਨੀਏ ਨੇ ਉਹ ਰਾਗ ਗਾ ਗਾ ਕੇ, ਬਸੰਤ ਰਾਗ ਗਾ ਗਾ ਕੇ ਸੁਣਾਉਂਦੇ। ਇਸੇ ਤਰ੍ਹਾਂ ਕਈ ਤਰ੍ਹਾਂ ਦੇ ਤਮਾਸ਼ੇ ਕਰਨ ਵਾਲੇ ਵੀ ਆ ਗਏ। ਜਿਵੇਂ ਆਪਾਂ ਪਿੱਛੇ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਨਾ, ਭੰਡ ਆ ਗਏ ਨਾਟਕ ਕਰਕੇ ਵਿਖਾਉਣ ਵਾਲੇ। ਮਹਾਰਾਜ ਤੁਹਾਨੂੰ ਨਾਟਕ ਕਰਕੇ ਵਿਖਾਈਏ, ਸਤਿਗੁਰੂ ਕਹਿੰਦੇ ਮਸੰਦਾਂ ਦਾ ਨਾਟਕ ਕਰਕੇ ਵਿਖਾਓ, ਤੇ ਉਹਨਾਂ ਨੇ ਫਿਰ ਨਾਟਕ ਕਰਕੇ ਵਿਖਾਇਆ। ਇਸ ਤਰ੍ਹਾਂ ਦੇ ਨਾਟਕਕਾਰ ਵੀ ਮਹਾਰਾਜ ਦੇ ਕੋਲ ਨਾਟਕ ਵਿਖਾਉਣ ਵਾਸਤੇ ਆਉਂਦੇ ਕਰ ਕਰ ਅਦਿਕ ਵਿਦਨ ਕੇ ਲਿਆਵੇ। ਤੇ ਅਨੇਕ ਤਰ੍ਹਾਂ ਦੇ ਨਾਟਕ, ਨਵੇਂ ਤੋਂ ਨਵੀਆਂ ਗੱਲਾਂ, ਸਾਖੀਆਂ,
ਕਹਾਣੀਆਂ ਮਹਾਰਾਜ ਦੇ ਸਾਹਮਣੇ ਪੇਸ਼ ਹੁੰਦੀਆਂ ਹਨ। ਸ੍ਰੀ ਸਤਿਗੁਰ ਕੇ ਨਿਕਟ ਦਿਖਾਉ ਮਹਾਰਾਜ ਸਾਹਿਬ ਜੀਆਂ ਨੂੰ ਵਿਖਾਉਂਦੇ ਹਨ। ਜਗਤ ਕਿਰਿਆ ਕੋ ਪ੍ਰਭੂ ਦਿਖੰਤੇ। ਸਤਿਗੁਰੂ ਜੀ ਇਹ ਸੰਸਾਰ ਦੀ ਕਿਰਿਆ ਵੇਖਦੇ ਵੀ ਕਿੱਥੇ ਕੀ ਹੋ ਰਿਹਾ ਨਾਟਕ ਦੇ ਰਾਹੀਂ। ਉਹਨਾਂ ਦੇ ਆਪਣੇ ਵੀ ਬਚਨ ਨੇ, ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ। ਜਗਤ ਤਮਾਸ਼ਾ। ਅਸੀਂ ਤੇ ਵੇਖਣ ਹੀ ਤਮਾਸ਼ਾ ਹੈ, ਦੁਨੀਆਦਾਰੀ ਵੇਖਣ ਆਏ ਵੀ ਕਿਵੇਂ ਦੁਨੀਆ ਕਰਦੀ ਕਿਵੇਂ ਚੱਲਦੀ ਹੈ। ਦੁਨੀਆਦਾਰੀ ਦੀਆਂ ਗੱਲਾਂ ਨਾਟਕ ਦੇ ਰੂਪ ਦੇ ਵਿੱਚ ਕੁਝ ਲੋਕ ਆ ਕੇ ਵਿਖਾਉਂਦੇ ਹਨ। ਅਰਖ ਸ਼ੋਕ ਨਾਨਾ ਬਰਤਨ ਤੇ ਸਤਿਗੁਰੂ ਪਾਤਸ਼ਾਹ ਦੇ ਜਿਹੜੇ ਨਾਟਕ ਵਿਖਾਏ ਜਾਂਦੇ, ਕੋਈ ਖੁਸ਼ੀ ਦਾ ਵਿਖਾਇਆ ਜਾਂਦਾ, ਕੋਈ ਗਮੀ ਦਾ ਵੀ ਵਿਖਾਇਆ ਜਾਂਦਾ। ਜਿੱਥੇ ਕਿਤੇ ਕੋਈ ਦੁੱਖ ਮੱਚਿਆ ਹੋਇਆ ਦੁੱਖ ਨੂੰ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ, ਕਿਤੇ ਖੁਸ਼ੀ ਦੇ ਸਮਾਗਮ ਨੂੰ ਨਾਟਕ ਦੇ ਰੂਪ ਵਿੱਚ ਵਿਖਾਇਆ ਜਾਂਦਾ ਹੈ। ਗੁਰੂ ਨਿਕਟ ਹੋਰੀ ਪਛਤਾਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਫਿਰ ਗੁਰਮੁਖੋ ਹੋਲੀ ਤੇ ਹੋਲੀ ਤੋਂ ਮਗਰੋਂ ਫਿਰ ਉਸ ਵੇਲੇ ਸੰਗਤ ਕੇ ਸਿਖ ਬੋਲੇ ਬਾਤ। ਤੇ ਸੰਗਤਾਂ ਆਪਸ ਵਿੱਚ ਬਚਨ ਬਲਾਸ ਵੀ ਕਰਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਖੁੱਲਾ ਦਰਬਾਰ ਸਜਾਉਂਦੇ। ਜਿਵੇਂ ਅੱਜ ਕੱਲ ਕੁਝ ਸਾਧ ਨੇ ਨਾ ਅੰਦਰ ਕੁੰਡੀ ਲਾ ਕੇ ਬੈਠ ਜਾਂਦੇ, ਸਿਫਾਰਿਸ਼ ਹੋਵੇ ਤੇ ਤਾਂ ਹੀ ਅੰਦਰ ਜਾ ਸਕਦੇ। ਮਹਾਰਾਜ ਦੇ ਦਰਬਾਰ ਵਿੱਚ ਇਸ ਤਰ੍ਹਾਂ ਨਹੀਂ ਹੈ। ਖੁੱਲੇ ਦਰਬਾਰ ਦੇ ਵਿੱਚ ਪ੍ਰਕਾਸ਼ ਮਹਾਰਾਜ ਬੈਠਦੇ, ਸੰਗਤ ਵਿੱਚੋਂ ਦੀਵਾਨ ਦੇ ਵਿੱਚ ਕੋਈ ਵੀ ਆ ਕੇ ਮਿਲ ਸਕਦਾ, ਕੋਈ ਵੀ ਬਚਨ ਕਰ ਸਕਦਾ, ਕੋਈ ਵੀ ਬਚਨ ਸੁਣ ਸਕਦਾ ਹੈ। ਮਹਾਰਾਜ ਇਸ ਤਰ੍ਹਾਂ ਸੰਗਤ ਨਾਲ ਬਚਨ ਬਲਾਸ ਕਰਦੇ ਹਨ। ਬਾਦਸ਼ਾਹੋ ਸੁਣੀਏ ਇਸ ਬਾਰ। ਇੱਕ ਦਿਨ ਕੀ ਹੋਇਆ, ਮਹਾਰਾਜ ਬੈਠੇ ਦੀਵਾਨ ਦੇ ਵਿੱਚ, ਸੰਗਤ ਆ ਗਈ ਤੇ ਉਹਨਾਂ ਨੇ ਬੇਨਤੀ ਕੀਤੀ। ਮਹਾਰਾਜ ਵੀ ਇੱਕ ਬੇਨਤੀ ਲੈ ਕੇ ਆਏ, ਆਪ ਜੀ ਸਾਡੀ ਬੇਨਤੀ ਸੁਣਨਾ ਕਰੋ। ਬਾਦਸ਼ਾਹ ਭਾਗ ਕੋ ਭਾਰੀ। ਸਤਿਗੁਰੂ ਪਾਤਸ਼ਾਹ ਇਸ ਫੱਗਣ ਦੀ ਜਿਹੜੀ ਇਹ ਹੋਲੀ ਆਈ ਹੈ ਨਾ, ਫੱਗਣ ਦੇ ਮਹੀਨੇ ਵਿੱਚ ਇਸ ਵਾਰੀ ਸੰਗਤਾਂ ਵਿੱਚ ਬੜਾ ਉਤਸ਼ਾਹ ਸੀਗਾ, ਅਸੀਂ ਵੇਖਿਆ ਹੈ। ਸੰਗਤ ਵਿੱਚ ਤੇ ਸਿੱਖਣੀ ਦੋਏ। ਕਹਿਣ ਲੱਗੇ ਵੀ ਇਹਨਾਂ ਸੰਗਤਾਂ ਦੇ ਵਿੱਚ ਦੋ ਸਿੱਖਣੀਆਂ ਵੀ ਆਈਆਂ। ਸਿੱਖਣੀਆਂ ਤੋਂ ਭਾਵ ਦੋ ਇਸਤਰੀਆਂ। ਕਹਿਣ ਲੱਗੇ ਵੀ ਇਸ ਵਾਰੀ ਇਹ ਜਿਹੜਾ ਆਪਾਂ ਹੋਲੀ ਮਨਾਈ ਹੈ, ਹੋਲਾ ਮਨਾਇਆ, ਉਹਦੇ ਵਿੱਚ ਦੋ ਸਨ। ਕਿਸੂ ਸੰਗ ਉਠ ਗਮਨੀ ਸੋਏ। ਤੇ ਉਹ ਦੋ ਇਸਤਰੀਆਂ ਜਿਹੜੀਆਂ ਹਨ ਇਸ ਵੇਲੇ ਚਲੀਆਂ ਗਈਆਂ ਹਨ। ਸ੍ਰੀ ਮੁਖ ਤੇ ਤਿੰਨ ਕੇ ਸੰਗ ਭਨੇ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਭਜਨ ਕੀਤੇ ਹਨ। ਮੇਲੇ ਇਸੀ ਹੇਤ ਕੋ ਬਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹਦੇ ਬਾਰੇ ਵੀ ਵਿਚਾਰ ਕਰਦੇ ਹਾਂ। ਇੱਕ ਤੋਂ ਲਾਭ ਲੈਣ ਕੋ ਆਵੇ। ਮਹਾਰਾਜ ਕਹਿਣ ਲੱਗੇ ਭਾਈ ਮੇਲਾ ਬਣਿਆ ਹੀ ਇਸੇ ਵਾਸਤੇ, ਕੋਈ ਮੇਲੇ ਵਿੱਚ ਲਾਭ ਲੈਣ ਵਾਸਤੇ ਆਉਂਦਾ। ਜਿਵੇਂ ਮੰਨ ਲਓ ਕੋਈ ਦੁਕਾਨਦਾਰ ਹੈ, ਉਹ ਮੇਲੇ ਵਿੱਚ ਕਾਹਦੇ ਲਈ ਆਇਆ, ਮੈਂ ਉੱਥੇ ਦੁਕਾਨ ਖੋਲਾਂਗਾ, ਮੇਰੇ ਖਿਡੌਣੇ ਮੇਰੀਆਂ ਮਠਿਆਈਆਂ ਵਿਕ ਜਾਣਗੀਆਂ, ਜਾਂ ਹੋਰ ਕਈ ਤਰ੍ਹਾਂ ਦੇ ਕੋਈ ਗਹਿਣੇ ਗੱਟੇ ਕੋਈ ਵਸਤੂਆਂ ਖਰੀਦਣ ਵਾਲੀਆਂ। ਮਹਾਰਾਜ ਕਹਿਣ ਲੱਗੇ ਮੇਲਾ ਬਣਿਆ ਇਸ ਵਾਸਤੇ ਹੈ ਵੀ ਕੋਈ ਤੇ ਇੱਥੇ ਵਸਤੂਆਂ ਵੇਚ ਕੇ ਤੇ ਲਾਭ ਲੈਣ ਵਾਸਤੇ ਆਉਂਦਾ, ਤੇ ਕੋਈ ਮੇਲੇ ਦੇ ਵਿੱਚ ਆਉਂਦਾ ਵੀ ਮੈਂ ਪੈਸਾ ਖਰਚ ਕੇ ਤੇ ਕੋਈ ਨਵੀਂ ਚੀਜ਼ ਖਰੀਦ ਕੇ ਲਿਆਵਾਂ, ਉਹ ਤਾਂ ਆਉਂਦਾ। ਇਹ ਮੇਲਾ ਬਣਿਆ ਹੀ ਇਸੇ ਵਾਸਤੇ ਆ, ਕੋਈ ਖਰੀਦਣ ਵਾਸਤੇ ਆਇਆ, ਕੋਈ ਵੇਚਣ ਵਾਸਤੇ ਆਇਆ, ਕੋਈ ਲੈਣ ਵਾਸਤੇ ਆਇਆ, ਕੋਈ ਦੇਣ ਵਾਸਤੇ ਆਇਆ ਹੈ। ਸਤਿਪੁਰਸ਼ਨ ਕੇ ਦਰਸ਼ਨ ਪਾਵੇ। ਕੋਈ ਆਇਆ ਮੇਲੇ ਦੇ ਵਿੱਚ ਵੀ ਮੈਂ ਗੁਰੂ ਦੇ ਦਰਸ਼ਨ ਕਰਾਂਗਾ ਚੱਲ ਕੇ, ਕੋਈ ਆਖਦਾ ਮੈਂ ਸੰਗਤ ਦੇ ਦਰਸ਼ਨ ਕਰਾਂਗਾ, ਕੋਈ ਆਖਦਾ ਵੀ ਮੈਂ ਜਾ ਕੇ ਸੰਗਤ ਦੇ ਵਿੱਚ ਬੈਠਾਂਗਾ, ਕੋਈ ਮੇਲੇ ਵਿੱਚ ਤਾਂ ਆਇਆ ਹੈ। ਮੱਜਾ ਹੈ ਤੀਰਥ ਕੋ ਉਤਸ਼ਾਹ। ਤੇ ਕਈਆਂ ਦੇ ਮਨ ਵਿੱਚ ਇਹ ਆ ਵੀ ਮੈਂ ਜਾ ਕੇ ਉੱਥੇ ਇਸ਼ਨਾਨ ਕਰਾਂਗਾ। ਕੋਈ ਇਸ਼ਨਾਨ ਕਰਨ ਵਾਸਤੇ ਆਇਆ ਵੀ ਮਹਾਰਾਜ ਨੇ ਸਰੋਵਰ ਲਵਾਇਆ ਜਾਂ ਮਹਾਰਾਜ ਨੇ ਬੌਲੀ ਬਣਾਈ ਹੈ, ਮੈਂ ਉੱਥੇ ਜਾ ਕੇ ਇਸ਼ਨਾਨ ਕਰਾਂਗਾ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਆਏ ਨੇ, ਕੋਈ ਹੋਲੀ ਵੇਖਣ ਆਇਆ ਹੈ, ਕੋਈ ਗੁਰੂ ਦੇ ਦਰਸ਼ਨ ਕਰਨ ਆਇਆ ਹੈ, ਕੋਈ ਦੁਕਾਨ ਤੋਂ ਸਮਾਨ ਖਰੀਦਣ ਆ ਗਿਆ, ਕੋਈ ਸਮਾਨ ਵੇਚਣ ਵਾਲਾ ਆ ਗਿਆ, ਕੋਈ ਆਖਦਾ ਵੀ ਚਲੋ ਯਾਰ ਰੰਗ ਤਮਾਸ਼ਾ ਹੀ ਵੇਖ ਕੇ ਆਵਾਂਗੇ ਵੀ ਉੱਥੇ ਕੀ ਬਣਦਾ ਹੈ, ਤੇ ਕੋਈ ਉੱਥੇ ਲੰਗਰ ਛਕਣ ਵਾਲਾ ਵੀ ਆਇਆ ਵੀ ਚਲੋ ਕਈ ਤਰ੍ਹਾਂ ਦੇ ਪਕਵਾਨ ਮਿਲ ਜਾਣਗੇ, ਤੇ ਕੋਈ ਇਸ਼ਨਾਨ ਕਰਨ ਵਾਸਤੇ ਆਇਆ। ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਆਪਣੀ ਇੱਛਾ ਲੈ ਕੇ ਆਉਂਦੇ ਹਨ। ਆਵੇਂ ਸਭਨ ਮਹੋਸ਼ਿਆ ਮਾਹੂ। ਕਹਿਣ ਲੱਗੇ ਵੀ ਇਹ ਵੱਡੇ ਜਿਹੜੇ ਉਤਸ਼ਾਹ ਹੁੰਦੇ ਨੇ ਨਾ, ਵੱਡੇ ਮੇਲੇ, ਇਹਨਾਂ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਹਨ। ਜੀਵਨ ਕੋ ਸੁਭਾਵ ਪਰਖਨ ਤੇ ਇੱਥੇ ਜੀਵਾਂ ਦਾ ਆਪੋ ਆਪਣਾ ਗੁਰਮੁਖੋ ਸੁਭਾਅ ਹੈ, ਸੁਭਾਅ ਪਰਖਿਆ ਜਾਂਦਾ ਹੈ। ਕੋਈ ਗੁੱਸੇ ਵਾਲਾ ਹੈ, ਕੋਈ ਠੰਡੇ ਸੁਭਾਅ ਵਾਲਾ ਹੈ, ਕੋਈ ਪੈਸਾ ਖਰਚਣ ਵਾਲਾ, ਕੋਈ ਕਮਾਉਣ ਵਾਲਾ ਹੈ। ਇਹ ਮੇਲਿਆਂ ਦੇ ਵਿੱਚ ਵੱਖ-ਵੱਖ ਸੁਭਾਵਾਂ ਦੇ ਜੀਵ ਹੁੰਦੇ ਹਨ। ਆਪ ਨਿਵਾਰਨ ਸ਼ਰਧਾਵੰਤੇ। ਕੁਝ ਉਹ ਨੇ ਜਿਹੜੇ ਆਪਣੇ ਪਾਪ ਮਟਾਉਣ ਆਉਂਦੇ ਵੀ ਮੈਂ ਇੱਥੇ ਭਾਂਡੇ ਮਾਂਜਾਂਗਾ, ਝਾੜੂ ਫੇਰਾਂਗਾ, ਸੰਗਤ ਦੀ ਸੇਵਾ ਕਰਾਂਗਾ, ਕਿਸੇ ਨੂੰ ਪਾਣੀ ਪਿਲਾਵਾਂਗਾ, ਲੰਗਰ ਵਰਤਾਵਾਂਗਾ ਤੇ ਮੇਰੇ ਪਾਪ ਮਿਟ ਜਾਣਗੇ। ਕੁਝ ਆਏ ਨੇ ਸ਼ਰਧਾ ਵਾਲੇ, ਆਪਣੇ ਪਾਪ ਦੂਰ ਕਰਨ ਵਾਸਤੇ ਆਉਂਦੇ ਹਨ। ਤਿੰਨ ਮਹਿ ਵਿਗੜ ਬਹੁਤ ਨਰ ਜਾਈ। ਤੇ ਕੁਝ ਮੇਲੇ ਵਿੱਚ ਆਉਂਦੇ ਨੇ ਵਿਗੜੇ ਹੋਏ ਬੰਦੇ, ਉਹਨਾਂ ਦਾ ਕੰਮ ਹੁੰਦਾ ਵੀ ਕਿਹੜੀ ਬੀਬੀ ਨੇ ਕਿਹੜਾ ਗਹਿਣਾ ਗੱਟਾ ਪਾਇਆ, ਮੈਂ ਲਾਉਣਾ ਕਿਵੇਂ,
ਉਹ ਵੀ ਮੇਲੇ ਵਿੱਚ ਆਏ ਨੇ, ਗਹਿਣੇ ਗੱਟੇ ਚਰਾਉਣ ਵਾਲੇ ਵੀ ਆਏ ਨੇ, ਜੁੱਤੀ ਚੁੱਕਣ ਵਾਲੇ ਵੀ ਆ ਗਏ ਨੇ, ਮਾੜੀਆਂ ਹਰਕਤਾਂ ਕਰਨ ਵਾਲੇ, ਛੇੜਖਾਨੀਆਂ ਕਰਨ ਵਾਲੇ ਵੀ ਆਏ ਨੇ, ਇੱਥੇ ਕਈ ਤਰ੍ਹਾਂ ਦੇ ਨਸ਼ਾ ਕਰਨ ਵਾਲੇ ਵੀ ਆ ਜਾਂਦੇ। ਭੰਗ ਤੇ ਪਕੌੜੇ ਹੀ ਖਾਵਾਂਗੇ ਬਣੇ ਹੋਏ, ਹੋਰ ਕੁਝ ਨਹੀਂ ਕਰਾਂਗੇ। ਮਹਾਰਾਜ ਕਹਿੰਦੇ ਵੀ ਸੰਗਤ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ, ਚੰਗੇ ਵੀ ਆਉਂਦੇ ਨੇ, ਸ਼ਰਧਾ ਵਾਲੇ ਸੇਵਾ ਕਰਕੇ ਤੇ ਪਾਪ ਮਟਾਉਂਦੇ, ਤੇ ਮਾੜੇ ਵੀ ਆਉਂਦੇ ਨੇ ਸੰਗਤ ਵਿੱਚ, ਜਿਹੜੇ ਲੁੱਟਣ ਵਾਸਤੇ, ਚੋਰੀ ਕਰਨ ਵਾਸਤੇ, ਧੋਖਾ ਧੜੀ ਕਰਨ ਵਾਸਤੇ, ਐਸੇ ਵੀ ਆਉਂਦੇ ਹਨ। ਕੋ ਫਲ ਖਾਟਾਂ ਅਧਕਾਈ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਸਾਰੇ ਲੋਕ ਆਪੋ ਆਪਣਾ ਫਲ ਖੱਟਦੇ ਨੇ। ਜਿਵੇਂ ਦਾ ਕੋਈ ਸੰਗਤ ਵਿੱਚ ਆਵੇਗਾ, ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਹੋ ਜਨਮ ਮਰਨ ਮਿਟਾਵੇ। ਜਿਹੋ ਜੀ ਮੈਂ ਸੋਚ ਲੈ ਕੇ ਆਇਆ ਮੈਨੂੰ ਉਹੋ ਜਿਹਾ ਫਲ ਮਿਲ ਜਾਣਾ, ਜਿਹੋ ਜੀ ਤੁਸੀਂ ਸੋਚ ਲੈ ਕੇ ਆਏ ਤੁਹਾਨੂੰ ਮਿਲ ਜਾਣਾ, ਜਿਹੋ ਜੀ ਭਾਵਨਾ ਤੁਹਾਡੀ ਹੈ ਉਹਦਾ ਫਲ ਤੁਹਾਨੂੰ ਮਿਲਣਾ। ਹੁਣ ਕੋਈ ਸੇਵਾ ਦੀ ਭਾਵਨਾ ਲੈ ਕੇ ਆਇਆ, ਕੋਈ ਦਰਸ਼ਨਾਂ ਦੀ ਭਾਵਨਾ ਲੈ ਕੇ ਆਇਆ, ਕੋਈ ਇਸ਼ਨਾਨ ਦੀ ਭਾਵਨਾ ਲੈ ਕੇ ਆਇਆ, ਕੋਈ ਖਰੀਦਣ ਵਾਸਤੇ ਆਇਆ, ਕੋਈ ਵੇਚਣ ਵਾਸਤੇ ਆਇਆ, ਜਿਵੇਂ ਦੀ ਕੋਈ ਭਾਵਨਾ ਲੈ ਕੇ ਆਇਆ, ਮਨ ਦਾ ਮਨੋਰਥ ਬਣਾ ਕੇ ਲਿਆਇਆ, ਉਹਨੂੰ ਉਸ ਤਰ੍ਹਾਂ ਦਾ ਫਲ ਸੰਗਤ ਵਿੱਚੋਂ ਮਿਲ ਜਾਂਦਾ ਹੈ। ਗੁਰ ਸਿੱਖੋ ਇਨ ਸੁਨੋ ਪਛਾਨੋ। ਮਹਾਰਾਜ ਕਹਿਣ ਲੱਗੇ ਤੁਹਾਨੂੰ ਇੱਕ ਬਚਨ ਦਸੀਏ, ਅੱਜ ਇੱਕ ਬਚਨ ਤੁਹਾਨੂੰ ਦੱਸਣ ਲੱਗੇ ਆ, ਚੰਗੀ ਤਰ੍ਹਾਂ ਇਸ ਬਚਨ ਨੂੰ ਸਮਝ ਲੈਣਾ ਕਰੋ। ਸ਼੍ਰੀ ਮੁਖ ਵਾਕ ਤੋਂ ਇੱਕ ਰਸ ਜਾਣੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਮੁਖ ਵਾਕ ਹੈ, ਧੰਨ ਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਬਚਨ ਹੈ, ਉਹ ਆਪਾਂ ਸਰਵਣ ਕਰਦੇ ਹਾਂ। ਸ਼੍ਰੀ ਮੁਖ ਵਾਕ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਰਵ ਹੰਡੀਏ। ਸਤਿਗੁਰੂ ਪਾਤਸ਼ਾਹ ਜੀਆਂ ਦਾ ਬਚਨ ਹੈ, ਜੇ ਰਹਿਣਾ ਨਾਹੀ ਐਸ ਜਗ, ਜੇ ਆਪਾਂ ਦੁਨੀਆ ਵਿੱਚ ਸਦਾ ਵਾਸਤੇ ਨਹੀਂ ਰਹਿਣਾ, ਇਹ ਤੇ ਪਤਾ ਹੀ ਆ ਵੀ ਆਪਾਂ ਸਦਾ ਵਾਸਤੇ ਨਹੀਂ ਰਹਿਣਾ। ਇਹ ਤੇ ਉਮਰਾਂ ਹੈ ਨਾ, ਕੋਈ 20 ਸਾਲ ਦੀ, ਕੋਈ 50 ਸਾਲ ਦੀ, ਕੋਈ 100 ਸਾਲ ਦੀ ਲਿਖਾ ਕੇ ਲਿਆਇਆ। ਅਸਲ ਵਿੱਚ ਉਹ 100 ਸਾਲ ਦਾ ਵੀ ਅੰਤ ਹੋਣਾ ਹੈ, ਤੇ ਜਦੋਂ 100 ਸਾਲ ਪੂਰਾ ਹੋ ਗਿਆ ਫਿਰ ਆਪਾਂ ਨੂੰ ਜਾਣਾ ਪਵੇਗਾ। ਉਮਰਾਂ ਭਾਵੇਂ ਕਿੰਨੀ ਵੀ ਲਿਖਾਈ ਹੈ, ਜਿੰਨੀ ਮਰਜ਼ੀ ਲਿਖਾਈ ਹੈ, ਉਸ ਉਮਰਾਂ ਦਾ ਅੰਤ ਇੱਕ ਵੇਲੇ ਆਉਣਾ ਹੀ ਆਉਣਾ ਹੈ। ਮਹਾਰਾਜ ਜੀਆਂ ਦਾ ਬਚਨ ਹੈ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਾਰ ਮੂੰਡ ਬੁਲਾਏ। ਸ਼ਾਸਤਰਾਂ ਦੇ ਵਿੱਚ ਬਚਨ ਆਉਂਦਾ ਵੀ ਇੱਕ ਰਿਖੀ ਹੋਇਆ ਪਹਿਲੇ ਸਮੇਂ ਵਿੱਚ, ਤੇ ਨਾਮ ਹੈ ਉਹਦਾ ਮਾਰ ਕੰਡਾ ਰਿਖੀ। ਵਿਦਵਾਨ ਕਹਿੰਦੇ ਨੇ ਵੀ ਮਾਰ ਕੰਡੇ ਰਿਖੀ ਦੀ ਉਮਰਾਂ ਬੜੀ ਲੰਮੀ ਹੈ, ਬਹੁਤ ਲੰਮੀ ਉਮਰਾਂ ਵਾਲਾ। ਭਾਵੇਂ ਗੁਰਮੁਖੋ ਕਿੰਨੀ ਵੀ ਲੰਮੀ ਉਮਰ ਹੈ, ਪਰ ਮਾਰ ਕੰਡਾ ਅੱਜ ਤੇ ਨਹੀਂ ਨਾ ਜਿਉਂਦਾ, ਸਰੀਰ ਤੇ ਛੱਡ ਗਿਆ। ਲੰਮੀ ਉਮਰਾਂ ਜਿੰਨੀ ਮਰਜ਼ੀ ਹੋਵੇ, ਲੰਮੀ ਉਮਰਾਂ ਵਾਲੇ ਦੀ ਵੀ ਉਮਰਾਂ ਦਾ ਇੱਕ ਵਾਲੇ ਅੰਤ ਆਉਣਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਵਿੱਚ ਸਾਖੀ ਆਉਂਦੀ, ਇੱਕ ਕਾਕ ਪਸੁੰਡ ਨਾਮ ਦਾ ਵਿਅਕਤੀ ਹੋਇਆ। ਵੈਸੇ ਉਹਨੂੰ ਦੇਵਤਾ ਹੀ ਲਿਖਿਆ, ਉਹਨੂੰ ਰਿਖੀ ਲਿਖਿਆ। ਜਦੋਂ ਮਹਾਰਾਜ ਗਏ ਨਾ ਹਿਮਕੁੰਡ ਸਾਹਿਬ ਵੱਲ ਨੂੰ, ਲਦਾਖ ਨੂੰ ਗਏ, ਲੇਹ ਨੂੰ ਗਏ ਮਹਾਰਾਜ, ਤੇ ਉੱਥੇ ਉਹ ਕਾਕ ਪਸੁੰਡ ਮਿਲਿਆ ਮਹਾਰਾਜ ਸਾਹਿਬ ਨੂੰ। ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਦੀ ਉਮਰਾਂ ਕਿੰਨੀ ਹੈ? ਤੇ ਸਤਿਗੁਰੂ ਕਹਿਣ ਲੱਗੇ ਭਾਈ ਮਰਦਾਨਿਆ ਤੂੰ ਆਪ ਹੀ ਪੁੱਛ ਲੈ ਇਹਨੂੰ ਵੀ ਕਿੰਨੀ ਉਮਰ ਆ, ਕਿੰਨੇ ਸਾਲਾਂ ਦਾ। ਤੇ ਭਾਈ ਮਰਦਾਨਾ ਜੀ ਨੇ ਪੁੱਛ ਹੀ ਲਿਆ, ਕਹਿਣ ਲੱਗਾ ਜੀ ਤੁਸੀਂ ਦੱਸੋ ਤੁਹਾਡੀ ਉਮਰਾਂ ਕਿੰਨੀ ਹੈ? ਤੇ ਮਹਾਰਾਜ ਸਾਹਿਬ ਜੀ ਦਾ ਉਹ ਭਾਈ ਮਰਦਾਨਾ ਜੀ ਦਾ ਬਚਨ ਸੁਣ ਕੇ ਉਹਨੇ ਆਖਿਆ, ਕਹਿਣ ਲੱਗਾ ਵੀ ਉਮਰਾਂ ਦਾ ਪੱਕਾ ਅੰਦਾਜ਼ਾ ਨਹੀਂ ਹੈ, ਪਰ ਮੇਰੀ ਇਸ ਉਮਰਾਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਦੁਨੀਆ ਬਣੀ ਹੈ ਤੇ ਕਿੰਨੀ ਵਾਰਾਂ ਮਿਟੀ ਹੈ, ਉਹਦੀ ਗਿਣਤੀ ਕੋਈ ਨਹੀਂ ਹੈ ਮੇਰੇ ਕੋਲ। ਆਖਦੇ ਨਾ ਬਰਮਾ ਨੇ ਦੁਨੀਆ ਬਣਾਈ ਹੈ, ਕਹਿਣ ਲੱਗਾ ਮੇਰੀ ਜ਼ਿੰਦਗੀ ਦੇ ਵਿੱਚ ਵੇਖਦੇ ਆ ਪਤਾ ਨਹੀਂ ਕਿੰਨੇ ਕੁ ਬਰਮਾ ਪੈਦਾ ਹੋਏ ਤੇ ਕਿੰਨੇ ਕੁ ਨਾਸ ਹੋ ਗਏ, ਕਿੰਨੀ ਕੁ ਵਾਰੀ ਇਹ ਯੁੱਗ ਬਣੇ, ਦੁਨੀਆ ਬਣੀ, ਤੇ ਕਿੰਨੇ ਕੁ ਵਾਰੀ ਯੁੱਗਾਂ ਦੇ ਸਮੇਤ ਦੁਨੀਆ ਨਾਸ ਹੋ ਗਈ, ਕੋਈ ਅੰਤ ਖਬਰ ਨਹੀਂ ਹੈ। ਮੇਰੀ ਇੰਨੀ ਲੰਮੀ ਉਮਰਾਂ ਹੈ, ਤੇ ਪਰ ਗੁਰਮੁਖੋ ਸਰੀਰ ਕਰਕੇ ਤੇ ਅੱਜ ਕਾਕ ਪਸੁੰਡ ਵੀ ਨਹੀਂ ਨਾ ਦਿਸਦਾ, ਇੰਨੀ ਲੰਮੀ ਉਮਰਾਂ ਵਾਲਾ ਵੀ ਅੱਜ ਦੁਨੀਆ ਤੋਂ ਚਲੇ ਗਿਆ। ਬਚਨ ਹੈ ਮਹਾਰਾਜ ਜੀ ਦਾ, ਜਾ ਰਹਿਣਾ ਨਾਹੀ ਐਤ ਜਗ। ਜਦੋਂ ਆਪਾਂ ਨੂੰ ਪਤਾ ਵੀ ਮੈਂ ਇਸ ਦੁਨੀਆ ਵਿੱਚ ਨਹੀਂ ਰਹਿਣਾ, ਮੇਰੀ ਉਮਰਾਂ ਕੁਝ ਸਾਲਾਂ ਦੀ ਹੈ, 50 ਸਾਲ ਦੀ ਹੋ ਸਕਦਾ, 100 ਸਾਲ ਦੀ ਹੋ ਸਕਦਾ, ਉਦੋਂ ਮਗਰੋਂ ਮੈਂ ਦੁਨੀਆ ਛੱਡਣੀ, ਮੈਨੂੰ ਜਾਣਾ ਪੈਣਾ ਹੈ। ਤੇ ਅੱਗੇ ਮਹਾਰਾਜ ਕਹਿਣ ਲੱਗੇ ਤਾਂ ਕਾਇਤ ਗਰਭ ਹੰਡਿਆ। ਗਰਭ ਨਾਮ ਗੁਰਮੁਖੋ ਹੰਕਾਰ ਦਾ, ਫਿਰ ਕਿਸ ਵਾਸਤੇ ਹੰਕਾਰ ਇਕੱਠਾ ਕਰਨਾ? ਫਿਰ ਕਿਉਂ ਹੰਕਾਰ ਇਕੱਠਾ ਕੀਤਾ ਹੋਇਆ ਵੀ ਮੈਂ ਹੀ ਆ ਜੋ ਕੁਝ ਮੇਰੇ ਵਰਗਾ ਕੋਈ ਹੋ ਹੀ ਨਹੀਂ ਸਕਦਾ। ਤੇਰੇ ਤੋਂ ਪਹਿਲਾਂ ਤੇਰੇ ਵਰਗੇ ਬੜੇ ਦੁਨੀਆ ਤੇ ਹੋਏ,
ਤੇ ਤੇਰੇ ਤੋਂ ਬਾਅਦ ਵਿੱਚ ਵੀ ਤੇਰੇ ਵਰਗੇ ਬੜੇ ਹੋਣਗੇ, ਤੇਰੇ ਨਾਲੋਂ ਜ਼ਿਆਦੇ ਗੁਣੀ ਹੋਣਗੇ, ਤੇਰੇ ਨਾਲੋਂ ਜ਼ਿਆਦੇ ਗਿਆਨੀ ਹੋਣਗੇ, ਤੇਰੇ ਨਾਲੋਂ ਜ਼ਿਆਦੇ ਪੜ੍ਹੇ ਹੋਣਗੇ, ਤੇਰੇ ਨਾਲੋਂ ਜ਼ਿਆਦੇ ਸੋਹਣੇ ਹੋਣਗੇ, ਤੇਰੇ ਨਾਲੋਂ ਵੱਧ ਦਿਮਾਗ ਵਾਲੇ ਹੋਣਗੇ। ਇਸ ਦੁਨੀਆ ਵਿੱਚ ਅੰਤ ਕੋਈ ਨਹੀਂ ਹੈ। ਤੂੰ ਇਹ ਨਾ ਸਮਝ ਵੀ ਮੈਂ ਹੀ ਆ, ਮੇਰੇ ਵਰਗਾ ਹੈ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਜੇ ਰਹਿਣਾ ਨਾ ਹੀ ਹੈ ਤੇ ਜਗ, ਜੇ ਇਸ ਦੁਨੀਆ ਵਿੱਚ ਰਹਿਣਾ ਨਹੀਂ ਤੇ ਫਿਰ ਹੰਕਾਰ ਨੂੰ ਇਕੱਠਾ ਕਿਉਂ ਕਰਨਾ, ਹੰਕਾਰ ਕਰਨਾ ਹੀ ਕਿਉਂ ਹੈ। ਮਹੱਲਾ ਦੂਜਾ, ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਇਹ ਮਹਾਰਾਜ ਦੇ ਬਚਨ ਨੇ, ਗੁਰੂ ਅੰਗਦ ਸਾਹਿਬ ਦੇ। ਜੇ ਆਪਾਂ ਨੂੰ ਪਤਾ ਹੋਵੇ ਨਾ ਵੀ ਮੈਂ ਇੱਕ ਰਾਤ ਇੱਥੇ ਰਹਿਣਾ ਤੇ ਅਸੀਂ ਉਹਨਾਂ ਕੋਈ ਕੰਮ ਹੀ ਕਰਾਂਗੇ ਵੀ ਮੈਂ ਸਵੇਰੇ ਜਾਣਾ ਹੈ। ਮੰਨ ਲਓ ਵੀ ਸਾਡੇ ਕੋਲ ਬੈਗ ਹੈ ਨਾ ਕੱਪੜਿਆਂ ਵਾਲਾ, ਤੇ ਅਸੀਂ ਉਸ ਬੈਗ ਦੇ ਵਿੱਚ ਉਹੀ ਕੱਪੜਾ ਕੱਢਾਂਗੇ ਜਿਹੜਾ ਰਾਤ ਨੂੰ ਪਾ ਕੇ ਸੋਣਾ, ਬਾਕੀ ਵਿੱਚੇ ਹੀ ਤੈਂ ਲੱਗੀ ਰਹਿਣੀ, ਕੱਢਾਂਗੇ ਨਹੀਂ ਬੈਗ ਵਿੱਚੋਂ ਬਾਹਰ। ਪਤਾ ਵੀ ਸਵੇਰੇ ਉੱਠ ਕੇ ਤੁਰ ਪੈਣਾ, ਬਸ ਉਹ ਕੱਪੜਾ ਕੱਢਣਾ ਜਿਹੜਾ ਪਾਉਣਾ ਹੈ, ਬਾਕੀ ਬੈਗ ਦੇ ਵਿੱਚ ਰਹਿਣ ਦਿਆਂ ਨੂੰ ਚੁੱਕ ਕੇ ਸਵੇਰੇ ਤੁਰਨਾ ਹੈ। ਤੇ ਜਦੋਂ ਪਤਾ ਹੋਵੇ ਨਾ ਵੀ ਮੈਂ ਰਾਤ ਨਹੀਂ, ਮੈਂ ਤੇ ਇੱਥੇ ਰਹਿਣਾ ਲੰਮਾ ਸਮਾਂ, ਤੇ ਫਿਰ ਸਾਰਾ ਬੈਗ ਵਿਹਲਾ ਕੀਤਾ ਜਾਂਦਾ, ਸਾਰੀਆਂ ਚੀਜ਼ਾਂ ਕੱਢੀਆਂ ਜਾਂਦੀਆਂ, ਵਸੇਬਾ ਬਣਾ ਲਿਆ ਜਾਂਦਾ ਰਹਿਣ ਵਾਸਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਇਹ ਗੱਲ ਸਮਝ ਲਈ ਨਾ ਜੀਵਨ ਦੇ ਵਿੱਚ ਵੀ ਮੈਂ ਇਸ ਸੰਸਾਰ ਦੇ ਵਿੱਚ ਉਮਰਾਂ ਦੀ ਇੱਕ ਰਾਤ ਕੱਟਣ ਆਇਆ ਹਾਂ ਤੇ ਮੈਂ ਦੁਨੀਆ ਤੋਂ ਜਾਣਾ, ਤੂੰ ਇੰਨਾ ਪਸਾਰਾ ਨਹੀਂ ਕਰੇਗਾ, ਇੰਨਾ ਫਲਾ ਨਹੀਂ ਕਰੇਗਾ, ਤੂੰ ਉਨੀ ਕੁ ਚੀਜ਼ ਦੇ ਨਾਲ ਹੀ ਵਰਤੇਗਾ ਜਿੰਨੀ ਕੁ ਤੈਨੂੰ ਜ਼ਰੂਰਤ ਹੈ। ਦੋ ਪ੍ਰਸ਼ਾਦਿਆਂ ਦੀ ਲੋੜ ਹੈ, ਤਨ ਦੇ ਕੱਪੜੇ ਦੀ ਲੋੜ ਹੈ, ਤੂੰ ਉਹਨਾਂ ਕੋਈ ਵਰਤੇਗਾ। ਪਤਾ ਵੀ ਮੈਂ ਤੇ ਛੱਡ ਕੇ ਚਲੇ ਜਾਣਾ, ਕਾਹਦੇ ਵਾਸਤੇ ਜੋੜਨਾ। ਪਰ ਜਦੋਂ ਅਸੀਂ ਇਹ ਸਮਝ ਲੈਂਦੇ ਨਾ ਵੀ ਮੈਂ ਤੇ ਇੱਥੇ ਪੱਕਾ ਹੀ ਕਿੱਲਾ ਲਾ ਕੇ ਬੈਠਾ, ਜਾਣਾ ਨਹੀਂ, ਫਿਰ ਅਸੀਂ ਇਹਦਾ ਫਲਾਹ ਕਰ ਲੈਂਦੇ ਆ। ਘਰ ਇੱਕ ਨਹੀਂ ਤੇ ਦੋ ਬਣ ਜਾਣ, ਦੋ ਨਹੀਂ ਤੇ ਚਾਰ ਬਣ ਜਾਣ, ਆਉਣ ਜਾਣ ਦੇ ਸਾਧਨ ਵਾਧੂ ਹੋ ਜਾਣ, ਕਮਾਈਆਂ ਦੇ ਧੰਦੇ ਬਹੁਤੇ ਵੱਧ ਜਾਣ, ਅਸੀਂ ਤਾਂ ਫੈਲਾਅ ਕਰਦੇ ਆ। ਅਸੀਂ ਇਹ ਸਮਝ ਲੈਂਦੇ ਆ ਵੀ ਮੈਂ ਸਦਾ ਵਾਸਤੇ ਇੱਥੇ ਰਹਿਣ ਹੀ ਆ ਗਿਆ, ਮੈਂ ਜਾਣਾ ਨਹੀਂ। ਪਰ ਰਾਤ ਵਾਸਤੇ ਆਇਆ ਹੋਇਆ ਵਿਅਕਤੀ ਆਪਣੇ ਬੈਗ ਵਿੱਚੋਂ ਸਮਾਨ ਉਨਾ ਹੀ ਕੱਢੇਗਾ ਜਿੰਨਾ ਰਾਤ ਨੂੰ ਵਰਤਣਾ, ਬਾਕੀ ਵਿੱਚ ਹੀ ਰਹਿਣ ਦੇਵੇਗਾ। ਚੱਲਣ ਦੀ ਤਿਆਰੀ ਕਰਦਾ ਵੀ ਸਵੇਰੇ ਟਾਈਮ ਨਾਲ ਉੱਠ ਕੇ ਤੁਰਨਾ ਹੈ। ਤੇ ਮਹਾਰਾਜ ਕਹਿਣ ਲੱਗੇ ਬੰਦਿਆ ਤੂੰ ਜ਼ਿੰਦਗੀ ਦੀ ਰਾਤ ਕੱਟਣ ਆਇਆ, ਜਾਣਾ ਤੇ ਤੂੰ ਵੀ ਦੁਨੀਆ ਤੋਂ ਹੈ। ਚਾਹੀਦਾ ਸੀ ਵੀ ਤੈਨੂੰ ਤਿਆਰੀ ਕਰਨੀ, ਤੜਕੇ ਉੱਠ ਕੇ ਬਾਣੀ ਪੜ੍ਹ ਲੈਣੀ, ਸਿਮਰਨ ਕਰਨਾ ਤੇ ਫਲਾਹ ਘੱਟ ਕਰਨਾ, ਮੈਂ ਜਾਣਾ ਹੈ। ਪਰ ਤੂੰ ਤੇ ਬੜੀ ਫਲਾਵਟ ਵਿੱਚ ਪੈ ਗਿਆ, ਬੜੀ ਵੇਖਾ ਵਿਖਾਈ ਵਿੱਚ ਪੈ ਗਿਆ। ਗੁਰੂ ਪਾਤਸ਼ਾਹ ਦੇ ਬਚਨ ਨੇ ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡਿਆ। ਜਦੋਂ ਦੁਨੀਆ ਵਿੱਚ ਰਹਿਣਾ ਹੀ ਨਹੀਂ ਸਦਾ ਵਾਸਤੇ ਤੇ ਫਿਰ ਹੰਕਾਰ ਕਿਉਂ ਕਰਨਾ ਹੈ। ਮਰ ਜਾਣਾ ਤਾਂ ਮਾਣਾ ਕਿਹਾ। ਇਹ ਗੁਰਬਾਣੀ ਦਾ ਮਹਾਵਾਕ ਨਹੀਂ ਹੈ। ਇੱਕ ਪੰਕਤੀ ਹੋਰ ਲਿਖੀ ਹੈ ਕਵੀ ਜੀ ਨੇ, ਮਰ ਜਾਣਾ, ਜੇ ਪਤਾ ਹੈ ਨਾ ਮੈਂ ਮਰ ਜਾਣਾ ਤੇ ਮਾਣਾ ਕਿਹਾ, ਫਿਰ ਮਾਣ ਕਿਸ ਗੱਲ ਦਾ ਜਦੋਂ ਪਤਾ ਹੀ ਹੈ ਵੀ ਮਰ ਜਾਣਾ। ਮਹਾਰਾਜ ਕਹਿਣ ਲੱਗੇ ਜਦੋਂ ਪਤਾ ਵੀ ਦੁਨੀਆ ਤੋਂ ਚਲੇ ਜਾਣਾ ਫਿਰ ਮਾਣ ਕਿਉਂ ਕਰਨਾ ਹੈ, ਕਿਉਂ ਮਾਣ ਕਰਨਾ, ਕਿਸ ਗੱਲ ਦਾ ਕਰਨਾ। ਇਹ ਸਮਝਣ ਵਾਸਤੇ ਬਚਨ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ। ਜਿਹੜਾ ਪਹਿਲਾ ਆਪਾਂ ਬਚਨ ਸਰਵਣ ਕੀਤਾ, ਜੇ ਰਹਿਣਾ ਨਾਹੀ ਐ ਜਗ ਤਾਂ ਕਾਇਤ ਗਰਭ ਹੰਡੀਏ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਬਾਣੀ ਦਾ ਮਹਾਵਾਕ ਹੈ। ਚੌਪਈ ਚਿਨ ਲਿਵ ਲੱਗੀ ਹਿਰਦੇ ਅਨੁਰਾਗੇ। ਜਿਨ੍ਹਾਂ ਦੇ ਮਨ ਦੇ ਵਿੱਚ ਲਿਵ ਲੱਗੀ ਹੈ ਉਹਨਾਂ ਦੇ ਹਿਰਦੇ ਵਿੱਚ ਗੁਰਮੁਖੋ ਪ੍ਰੇਮ ਵੀ ਪੈਦਾ ਹੋਇਆ ਹੈ। ਤਿਲ ਕੋ ਭਲਾ ਨਹੀਂ ਕਿਛ ਲਾਗੇ। ਉਹਨਾਂ ਨੂੰ ਪਾਤਸ਼ਾਹ ਕਹਿਣ ਲੱਗੇ ਕਿ ਭਲਾ ਹੁੰਦਾ ਉਹਨਾਂ ਗੁਰਮੁਖਾਂ ਦਾ, ਕਿਹਨਾਂ ਦਾ, ਜਿਨ੍ਹਾਂ ਦੀ ਲਿਵ ਲੱਗੀ ਹੈ। ਮੁਕਰ ਸਮਾਨ ਗੁਰੂ ਦਰਬਾਰ। ਇਹ ਜਿਹੜਾ ਗੁਰੂ ਦਾ ਦਰਬਾਰ ਹੈ ਨਾ ਗੁਰਮੁਖੋ, ਇਹ ਬਚਨ ਸਮਝ ਲਓ ਵੀ ਮਹਾਰਾਜ ਦਾ ਦਰਬਾਰ ਸੀਸੇ ਵਰਗਾ ਹੈ। ਸੀਸੇ ਵਿੱਚ ਆਪਾਂ ਮੁਕਰ ਦੇ ਵਿੱਚ ਆਪਣਾ ਮੂੰਹ ਵੇਖਦੇ ਹਾਂ, ਗੁਰੂ ਦਾ ਦਰਬਾਰ ਮੁਕਰ ਵਰਗਾ। ਮੁਕਰ ਕਹਿੰਦੇ ਸੀਸੇ ਨੂੰ, ਗੁਰੂ ਦਾ ਦਰਬਾਰ ਸੀਸੇ ਵਰਗਾ ਹੈ। ਨਿਰਮਲ ਸਦਾ ਵਿਹੀਨ ਵਿਕਾਰ। ਇਹ ਸੀਸਾ ਜਿਹੜਾ ਹੈ ਨਾ ਗੁਰਮੁਖੋ, ਇਹ ਬਿਲਕੁਲ ਸਾਫ਼ ਹੈ। ਸੀਸੇ ਦੇ ਵਿੱਚ ਮੈਲ ਨਹੀਂ ਹੈ। ਮੰਨ ਲਓ ਕਿ ਮੈਂ ਆਪਣਾ ਮੂੰਹ ਵੇਖਾਂ ਸੀਸੇ ਵਿੱਚ ਤੇ ਮੇਰੇ ਮੂੰਹ ਤੇ ਕਾਲਖ ਲੱਗੀ ਹੈ ਤੇ ਮੈਂ ਇਹ ਸਮਝਾਂ ਵੀ ਕਾਲਖ ਸੀਸੇ ਨੂੰ ਲੱਗੀ ਹੈ, ਸੀਸੇ ਨੂੰ ਨਹੀਂ ਲੱਗੀ। ਸੀਸਾ ਤੇ ਸਾਫ਼ ਹੈ। ਜੇ ਉਹ ਕਾਲਖ ਵਿਖਾ ਰਿਹਾ ਤੇ ਉਹ ਤਾਂ ਵਿਖਾ ਰਿਹਾ ਕਿ ਮੇਰੇ ਮੂੰਹ ਨੂੰ ਲੱਗੀ ਹੋਈ ਹੈ। ਮਹਾਰਾਜ ਕਹਿਣ ਲੱਗੇ ਗੁਰੂ ਦਾ ਦਰਬਾਰ ਨਿਰਮਲ ਸੀਸੇ ਵਰਗਾ ਹੈ, ਇੱਥੇ ਕੋਈ ਵਿਕਾਰ ਨਹੀਂ ਹੈ। ਆਪਣਾ ਮੁਖ ਕਰ ਦੁੱਖ ਹੈ ਜੈਸਾ। ਸੋ ਕਹਿਣ ਲੱਗੇ ਵੀ ਜਿਹੋ ਜਿਹਾ ਗੁਰਮੁਖਾ ਤੇਰਾ ਮੂੰਹ ਹੈ ਨਾ, ਭਾਵੇਂ ਕਾਲਾ ਰੰਗ ਹੈ, ਭਾਵੇਂ ਗੋਰਾ ਰੰਗ ਹੈ, ਭਾਵੇਂ ਕਾਲਖ ਲੱਗੀ ਹੈ, ਭਾਵੇਂ ਤੇਰਾ ਮੂੰਹ ਸਜਿਆ ਹੋਇਆ, ਭਾਵੇਂ ਤੂੰ ਸ਼ਿੰਗਾਰ ਕੀਤਾ, ਭਾਵੇਂ ਤੂੰ ਪੱਗ ਬੰਨ੍ਹੀ ਹੈ, ਭਾਵੇਂ ਤੂੰ
ਸਿਰ ਤੇ ਦੁਪੱਟਾ ਲਿਆ, ਜਿਵੇਂ ਦਾ ਤੂੰ ਆਪਣੇ ਆਪ ਨੂੰ ਬਣਾਇਆ, ਰੰਗ ਕਪੜਾ ਪਾਇਆ, ਬਿਲਕੁਲ ਸੀਸਾ ਉਹੋ ਜਿਹਾ ਹੀ ਵਿਖਾਵੇਗਾ। ਸੀਸਾ ਇਹ ਨਹੀਂ ਕਹਿੰਦਾ ਵੀ ਰੰਗ ਤੇਰਾ ਕੋਈ ਹੋਰ ਹੋਵੇ ਤੇ ਵਿਖਾ ਹੋਰ ਦੇਵੇ। ਸੀਸਾ ਇਹ ਨਹੀਂ ਵਿਖਾਵੇਗਾ ਵੀ ਤੂੰ ਬੜਾ ਸਜਿਆ ਹੋਇਆ ਤੇ ਵਿਖਾ ਤੈਨੂੰ ਭੈੜਾ ਦੇਵੇ। ਨਹੀਂ, ਜਿਹੋ ਜਿਹਾ ਤੂੰ ਹੈ ਉਹ ਬਹੁ ਸੀਸਾ ਉਸੇ ਤਰ੍ਹਾਂ ਦਾ ਦਿਖਾਉਂਦਾ ਹੈ। ਕਰੇ ਦਿਖਾਵਨ ਤਿਸ ਕੋ ਤੈਸਾ। ਸੋ ਕਹਿਣ ਲੱਗੇ ਵੀ ਸੀਸੇ ਦਾ ਕੰਮ ਹੀ ਇਸ ਤਰ੍ਹਾਂ ਦਾ ਵੀ ਜਿਵੇਂ ਦਾ ਸਾਹਮਣੇ ਹੋਈ ਉਵੇਂ ਦਾ ਵਿਖਾ ਦਿੰਦਾ ਹੈ। ਅਰਖ ਸੋਗ ਸ਼ੀਸ਼ੇ ਨ ਜਥਾ। ਪਰ ਗੁਰਮੁਖੋ ਸੀਸੇ ਨੂੰ ਖੁਸ਼ੀ ਨਹੀਂ ਜੇ ਹੁੰਦੀ। ਜੇ ਆਪਾਂ ਸੋਹਣੇ ਸ਼ਿੰਗਾਰ ਕਰਕੇ ਸੀਸੇ ਅੱਗੇ ਬੈਠਾਂਗੇ ਨਾ ਤੇ ਸੀਸਾ ਖੁਸ਼ ਨਹੀਂ ਹੁੰਦਾ ਵੀ ਅੱਜ ਬੰਦਾ ਬੜਾ ਸੋਹਣਾ ਮੇਰੇ ਸਾਹਮਣੇ ਬਹਿ ਗਿਆ ਤੇ ਮੈਂ ਖੁਸ਼ ਹੋ ਜਾਵਾਂ। ਜੇ ਸੀਸੇ ਦੇ ਸਾਹਮਣੇ ਆਪਣੇ ਸਰੀਰ ਨੂੰ ਕਾਲਖ ਲੱਗੀ ਹੋਵੇਗੀ, ਮਿੱਟੀ ਲੱਗੀ ਹੋਵੇਗੀ, ਕੱਪੜੇ ਵੀ ਪੁਰਾਣੇ ਜਾਂ ਮੈਲੇ ਪਾਏ ਹੋਣਗੇ ਤੇ ਸੀਸੇ ਨੂੰ ਗਮ ਵੀ ਕੋਈ ਨਹੀਂ ਹੈ ਵੀ ਆਹ ਬੰਦਾ ਮੈਲਾ ਜਿਹਾ ਮੇਰੇ ਸਾਹਮਣੇ ਕਿਉਂ ਬੈਠਾ। ਸੀਸੇ ਨੂੰ ਕੋਈ ਫਰਕ ਨਹੀਂ ਹੈ, ਭਾਵੇਂ ਤੂੰ ਸੋਹਣਾ ਬਣ ਕੇ ਸਾਹਮਣੇ ਬੈਠ ਜਾ, ਭਾਵੇਂ ਤੂੰ ਗੰਦਾ ਬਣ ਕੇ ਬੈਠ ਜਾ, ਨਾ ਤੇਰੇ ਸੋਹਣਾ ਬਣ ਕਰਕੇ ਖੁਸ਼ੀ ਹੈ ਸੀਸੇ ਨੂੰ, ਨਾ ਤੇਰੇ ਮਾੜਾ ਬਣ ਕਰਕੇ ਗਮ ਹੈ। ਸੀਸੇ ਨੂੰ ਕੋਈ ਫਰਕ ਨਹੀਂ ਹੈ। ਗੁਰ ਸਤਪੁਰਖ ਚੱਲਣ ਹੈ ਤਥਾ। ਸੋ ਕਹਿਣ ਲੱਗੇ ਗੁਰੂ ਅਤੇ ਸਤਪੁਰਖ ਜਿਹੜੇ ਇਸ ਤਰ੍ਹਾਂ ਚੱਲਦੇ ਹਨ। ਸੇਵਾ ਕਰੈ ਜਾਨ ਕਰ ਜਸ ਜਸ। ਜਿਸ ਤਰ੍ਹਾਂ ਦੀ ਕੋਈ ਸੇਵਾ ਕਰੇਗਾ, ਹੁਣ ਗੁਰੂ ਹੈ ਸੀਸੇ ਵਰਗਾ ਤੇ ਸੀਸੇ ਦੇ ਸਾਹਮਣੇ ਜਿਹਨੇ ਸ਼ਿੰਗਾਰ ਕੀਤਾ ਉਹ ਸੋਹਣਾ ਲੱਗੇਗਾ। ਹੁਣ ਗੁਰੂ ਦੇ ਦਰਬਾਰ ਵਿੱਚ ਜਿਹੜਾ ਆ ਕੇ ਕਰੇਗਾ ਸੇਵਾ ਤੇ ਗੁਰੂ ਨੇ ਤੇ ਸੇਵਾ ਦਾ ਹੀ ਫਲ ਦੇਣਾ। ਹੁਣ ਜਿਹੜਾ ਬੰਦਾ ਘਰੋਂ ਸ਼ਿੰਗਾਰ ਕਰਕੇ ਆਇਆ, ਸੋਹਣਾ ਬਣ ਕੇ ਆਇਆ, ਸੀਸੇ ਨੇ ਸੋਹਣਾ ਹੀ ਵਿਖਾਉਣਾ ਵੀ ਭਾਈ ਤੂੰ ਸੋਹਣਾ ਲੱਗਦਾ ਪਿਆ। ਗੁਰੂ ਸੀਸੇ ਵਰਗਾ ਜਿਹੜਾ ਇੱਥੇ ਆ ਕੇ ਜਪ ਕਰੇਗਾ, ਤਪ ਕਰੇਗਾ, ਸੇਵਾ ਕਰੇਗਾ, ਜਿਹੜਾ ਇਹ ਸ਼ਿੰਗਾਰ ਕਰੇਗਾ ਨਾ, ਫਿਰ ਗੁਰੂ ਸੀਸਾ ਉਹਨੂੰ ਉਹੋ ਜਿਹੇ ਰੂਪ ਦਿਖਾਉਂਦਾ ਵੀ ਭਾਈ ਤੂੰ ਸਫਲਾ ਹੈ, ਤੇਰਾ ਸ਼ਿੰਗਾਰ ਸਫਲਾ ਹੈ। ਪੂਰਾ ਭਾਵ ਹੋਤਾ ਹੈ ਤਸ ਤੇ ਤਸ। ਉਵੇਂ ਦਾ ਹੀ ਉਹਨੂੰ ਭਾਵ ਮਿਲ ਜਾਂਦਾ, ਫਲ ਵੀ ਉਵੇਂ ਦਾ ਮਿਲਦਾ। ਵਿਦਵਾਨਾਂ ਨੇ ਆਖਿਆ ਵੀ ਸੰਗਤ ਵਿੱਚ ਆਪਾਂ ਜੇ ਇੱਕ ਪੱਤਾ ਵੀ ਚੁੱਕ ਕੇ ਕਿਤੇ ਬਾਹਰ ਰੱਖ ਦਈਏ ਨਾ, ਪੱਤਾ ਚੁੱਕ ਕੇ ਸਫਾਈ ਕਰ ਦਈਏ, ਇੱਕ ਤੀਲਾ ਹੀ ਚੁੱਕ ਦਈਏ, ਇੱਕ ਸੰਗਤ ਦਾ ਜੋੜਾ ਝਾੜ ਕੇ ਰੱਖ ਦਈਏ, ਇੱਕ ਭਾਂਡਾ ਮਾਂਜ ਦਈਏ, ਇੱਕ ਝਾੜੂ ਫੇਰ ਦਈਏ, ਉਹਦਾ ਫਲ ਵੀ ਤੈਨੂੰ ਮਿਲਣਾ ਹੈ। ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜਿੰਨੀ ਵਾਰੀ ਬੈਠ ਕੇ ਮੂੰਹੋਂ ਵਾਹਿਗੁਰੂ ਨਿਕਲਿਆ ਉਹਦਾ ਫਲ ਮਿਲਣਾ, ਤੇ ਜਿੰਨੀ ਵਾਰੀ ਬੈਠ ਕੇ ਨਿੰਦਿਆ ਕੀਤੀ ਹੈ ਉਹਦਾ ਵੀ ਤੈਨੂੰ ਇੱਕ ਇੱਕ ਸਕਿੰਟ ਦਾ ਲੇਖਾ ਦੇਣਾ ਪੈਣਾ ਹੈ। ਸੰਗਤ ਵਿੱਚ ਆ ਕੇ ਕੋਈ ਨਿੰਦਿਆ ਕਰਦਾ, ਕੋਈ ਜਸ ਕਰਦਾ, ਕੋਈ ਸੇਵਾ ਕਰਦਾ, ਕੋਈ ਚੁਗਲੀ ਕਰਦਾ, ਕਿਉਂਕਿ ਮੇਲਾ ਹੈ ਨਾ ਗੁਰੂ ਦੀ ਸੰਗਤ। ਇੱਥੇ ਮੇਲੇ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਨੇ। ਮਹਾਰਾਜ ਕਹਿ ਰਹੇ ਨੇ ਕੋਈ ਦੁਕਾਨਦਾਰ ਆ ਗਿਆ, ਸੌਦਾ ਵੇਚਣ ਵਾਲਾ, ਕੋਈ ਖਰੀਦਣ ਵਾਲਾ ਆ ਗਿਆ, ਕੋਈ ਮੇਲਾ ਵੇਖਣ ਆਇਆ, ਕੋਈ ਨਹਾਉਣ ਵਾਸਤੇ ਆਇਆ, ਕੋਈ ਦਰਸ਼ਨ ਕਰਨ ਵਾਸਤੇ ਆਇਆ। ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਵੀ ਸੰਗਤ ਆਉਂਦੀ ਹੈ। ਕੋਈ ਆਇਆ ਕਥਾ ਸੁਣਨ ਵਾਸਤੇ, ਕੋਈ ਕੀਰਤਨ ਸੁਣਨ ਵਾਸਤੇ, ਕੋਈ ਪਾਠ ਸੁਣਨ ਵਾਸਤੇ, ਕੋਈ ਧਿਆਨ ਜੋੜਨ ਵਾਸਤੇ, ਕੋਈ ਵਾਹਿਗੁਰੂ ਕਹਿਣ ਵਾਸਤੇ ਆਇਆ, ਕੋਈ ਭਾਂਡਾ ਮਾਂਜਣ ਲਈ ਆਇਆ, ਕੋਈ ਜੋੜਾ ਸਾਫ਼ ਕਰਨ ਲਈ ਆਇਆ, ਕੋਈ ਸਿੱਖੀ ਲੈਣ ਆਇਆ, ਕੋਈ ਭਾਵਨਾ ਲੈਣ ਆਇਆ। ਤੇ ਉੱਥੇ ਉਹ ਵੀ ਆਏ ਨੇ ਜਿਹੜੀ ਨਿੰਦਿਆ ਕਰਨ ਵਾਲੇ ਵੀ ਆਏ ਨੇ, ਚੁਗਲੀ ਵਾਲੇ ਵੀ ਆਏ ਨੇ, ਅੱਗ ਲਾਉਣ ਵਾਲੇ ਵੀ ਆਏ ਨੇ, ਮਾੜਾ ਸੋਚਣ ਵਾਲੇ ਵੀ ਆਏ ਨੇ। ਸੰਗਤ ਵਿੱਚ ਸਾਰੇ ਹੀ ਆਉਂਦੇ ਨੇ, ਪਰ ਗੁਰੂ ਦੀ ਸੰਗਤ, ਗੁਰੂ ਦਾ ਦਰਬਾਰ ਸੀਸੇ ਵਰਗਾ ਹੈ। ਮੇਰਾ ਜਿਵੇਂ ਦਾ ਮੂੰਹ ਹੋਵੇਗਾ, ਜੇ ਮੈਂ ਸ਼ਿੰਗਾਰ ਕਰਕੇ ਬੈਠਾ ਤੇ ਸੀਸਾ ਸ਼ਿੰਗਾਰ ਵਿਖਾ ਦੇਵੇਗਾ, ਜੇ ਮੈਂ ਆਪਣੇ ਆਪ ਤੇ ਮਿੱਟੀ ਲਾ ਕੇ ਬੈਠਾ ਤੇ ਸੀਸਾ ਮਿੱਟੀ ਵਿਖਾ ਦੇਵੇਗਾ। ਗੁਰੂ ਦੇ ਘਰ ਵਿੱਚ ਆ ਕੇ ਤੂੰ ਸੇਵਾ ਕਰੇਗਾ, ਸਿਮਰਨ ਕਰੇਗਾ, ਨਾਮ ਜਪੇਗਾ, ਜੇ ਤੂੰ ਸ਼ਿੰਗਾਰ ਕੀਤਾ, ਜਿਹੋ ਜੀ ਤੇਰੀ ਭਾਵਨਾ ਹੈ ਤੈਨੂੰ ਉਹੋ ਜਿਹਾ ਫਲ ਮਿਲ ਜਾਣਾ। ਜੇ ਤੂੰ ਗੁਰੂ ਦੇ ਘਰ ਆ ਕੇ ਮੈਲੇ ਕੰਮ ਕੀਤੇ ਨੇ, ਮਾੜੇ ਕੰਮ ਕੀਤੇ ਨੇ, ਮਾੜਾ ਸੋਚਿਆ, ਮਾੜਾ ਜਾਣਿਆ, ਮਾੜਾ ਕੀਤਾ ਹੈ, ਜੇ ਤੂੰ ਇਸ ਤਰ੍ਹਾਂ ਦੀ ਮੈਲ ਲੈ ਕੇ ਆਇਆ ਤੇ ਗੁਰੂ ਨੇ ਤੈਨੂੰ ਉਹੋ ਜਿਹੀ ਅੱਗੋਂ ਸੂਰਤ ਵਿਖਾ ਦੇਣੀ ਹੈ, ਤੈਨੂੰ ਉਹੋ ਜਿਹਾ ਫਲ ਦੇ ਦੇਣਾ ਹੈ। ਇਹ ਮਹਾਰਾਜ ਸਮਝਾਉਂਦੇ ਹਨ। ਤਉ ਜਾਣੀਐ ਹਿਰਦੈ ਵਿਚਾਰ। ਤੇ ਮਹਾਰਾਜ ਕਹਿਣ ਲੱਗੇ ਮਨ ਦੇ ਵਿੱਚ ਵਿਚਾਰ ਲੈਣਾ ਕਰੋ। ਮਗ ਹਿੰਦਨ ਵੱਡ ਗਏ ਬਿਗਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੀਸਾ ਦਿਖਾਉਂਦਾ ਹੈ ਉਹ ਜਿਹੋ ਜਿਹਾ ਹੋਵੇ। ਹਿੰਦੂਆਂ ਦੇ ਵੱਡੇ ਰਾਹ ਵਿਗਾੜ ਗਏ। ਮਹਾਰਾਜ ਕਹਿਣ ਲੱਗੇ ਇੱਕ ਤੁਹਾਨੂੰ ਵਿਚਾਰ ਸੁਣਾ ਦਿੰਦੇ ਆ ਵੀ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਹਿੰਦੂ ਕਹਿੰਦੇ ਹਨ, ਇਹ ਤੁਰਕਨ ਮੈਂ ਭਏ ਵਡੇਰੇ। ਇਸੇ ਤਰ੍ਹਾਂ ਗੁਰਮੁਖੋ ਹਿੰਦੂਆਂ ਦੇ ਵਿੱਚ ਵੀ ਸਾਰੇ ਮਾੜੇ ਨਹੀਂ, ਕੁਝ ਬੜੇ ਚੰਗੇ ਤੇ ਕੁਝ ਬੜੇ ਮਾੜੇ। ਤੇ ਮੁਸਲਮਾਨਾਂ ਦੇ ਵਿੱਚ ਵੀ ਕੁਝ ਬੜੇ ਬੰਦਗੀ ਵਾਲੇ ਹੋਏ ਨੇ, ਜਿਹੜੇ ਭਾਵਨਾ ਵਾਲੇ ਸਨ। ਜਿਵੇਂ ਮੰਨ ਲਓ ਗਣੀ ਖਾਂ ਤੇ ਨਬੀ ਖਾਂ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਾਈਂ ਮੀਆਂ ਜੀ ਮੀਰ ਵਰਗੇ ਸਿੱਖ ਸਨ, ਬੁੱਢਣ ਸ਼ਾਹ ਵਰਗੇ ਸਨ।
ਮੁਸਲਮਾਨਾਂ ਦੇ ਵਿੱਚ ਵੀ ਐਸੇ ਕੁਝ ਧਰਮੀ ਲੋਕ ਚੰਗੇ, ਕੁਝ ਮਾੜੇ ਵੀ ਹਨ। ਮਾਰਗ ਗਏ ਸੁਧਾਰ ਅਸ਼ੇ, ਜਿਨ੍ਹਾਂ ਨੇ ਭਾਈ ਨਾਮ ਜਪਿਆ ਆਪਣਾ ਰਸਤਾ ਸਾਫ਼ ਕਰ ਗਏ ਹਨ। ਪੀਰ ਫਕੀਰ ਦਿਵਸ ਜਬ ਆਵੈ, ਬੜੇ ਬੜੇ ਦੁਨੀਆ ਦੇ ਵਿੱਚ ਪੀਰ ਫਕੀਰ ਜਦੋਂ ਆਉਂਦੇ ਹਨ, ਰੁਦਨ ਕਰਤ ਬੈਰਾਗ ਉਹ ਉਪਾਵੈ, ਗੁਰੂ ਦੀ ਸੰਗਤ ਵਿੱਚ ਆਉਂਦੇ। ਬੜੇ ਬੜੇ ਧਰਮਾਤਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਆਉਂਦੇ, ਗੁਰੂ ਦਾ ਦਰਸ਼ਨ ਕਰਕੇ ਉਹਨਾਂ ਦੇ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਉਸ ਵੇਲੇ ਵਹਿੰਦਾ ਹੈ। ਮਿਲ ਕਰ ਕਹਿਤ ਜੋ ਬੜੇ ਹਮਾਰੇ, ਉਹ ਫਿਰ ਮਿਲ ਕੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਹਨ। ਜਿਸ ਵਿਦ ਕਰ ਸ਼ੁਭ ਕਰਮ ਸਿਧਾਰੇ, ਜਿਸ ਕਰਕੇ ਸ਼ੁਭ ਕੋਈ ਕਰਮ ਕਰਦਾ ਉਹੋ ਜਿਹਾ ਫਲ ਪਾਉਂਦਾ ਹੈ। ਸੋ ਹਮ ਤੇ ਬਨ ਆਵਤ ਨਾਹੀ, ਜਿਹੜੀਆਂ ਗੱਲਾਂ ਸਾਡੇ ਤੋਂ ਬਨ ਨਹੀਂ ਆਉਂਦੀਆਂ ਹਨ। ਕਾਫਲ ਸਦਾ ਖੁਦੀ ਮਨ ਮਾਹੀ, ਕਹਿਣ ਲੱਗੇ ਗਾਫਲ ਵਿਅਕਤੀ ਸਦਾ ਹੀ ਖੁਦ ਆਪਣੇ ਮਨ ਵਿੱਚ ਉਹ ਕਰਦਾ ਰਹਿੰਦਾ ਹੈ। ਯਾ ਖੁਦਾਏ ਹਮ ਤੋਹੇ ਪਨਾਹੀ, ਐ ਖੁਦਾ ਅਸੀਂ ਤੇਰੀ ਸ਼ਰਨ ਵਿੱਚ ਹਾਂ, ਰੱਖ ਲੀਜੀਐ ਬਖਸ਼ ਗੁਨਾਹ, ਤੇ ਸਾਨੂੰ ਰੱਖ ਲੈਣਾ ਕਰੋ, ਬਖਸ਼ ਦੇਣਾ ਕਰੋ। ਹਿੰਦੁਨ ਕੇ ਦਿਨ ਹੋਲ ਦੀਵਾਲੀ, ਹਿੰਦੂ ਜਿਹੜੇ ਨੇ ਹੋਲੀ ਦੀਵਾਲੀ ਤੇ ਆਉਂਦੇ ਹਨ, ਇਤਿਆਦਿਕ ਦਿਨ ਚਲੈ ਕੁਚਾਲੀ, ਇਤਿਆਦਿਕ ਫਿਰ ਆ ਕੇ ਕੁਝ ਮਾੜੇ ਕਰਮ ਵੀ ਕਰਦੇ। ਦਿਨ ਤਿਉਹਾਰ ਦਾ ਫਾਇਦਾ ਚੁੱਕ ਕੇ ਕੁਝ ਲੋਕ ਦਿਨ ਤਿਉਹਾਰ ਨੂੰ ਨਸ਼ਿਆਂ ਵਿੱਚ ਬਤੀਤ ਕਰ ਦਿੰਦੇ। ਅੱਜ ਦੀਵਾਲੀ ਆਈ ਤੇ ਪੀਣ ਦਾ ਮਨ ਕਰੇਗਾ, ਅੱਜ ਹੋਲੀ ਹੈ ਅੱਜ ਤੇ ਮੈਂ ਕੋਈ ਨਾ ਕੋਈ ਨਸ਼ਾ ਜ਼ਰੂਰ ਕਰਾਂਗਾ, ਅੱਜ ਮੈਂ ਕਿਸੇ ਨਾਲ ਝਗੜਾ ਜ਼ਰੂਰ ਕਰਾਂਗਾ। ਕੁਝ ਲੋਕ ਉਹ ਨੇ ਜਿਹੜਾ ਮੇਲਾ ਜਿਹੜਾ ਹੈ ਨਸ਼ੇ ਵਿੱਚ ਲੱਗ ਕੇ ਆਪਣਾ ਬਰਬਾਦ ਕਰ ਲੈਂਦੇ, ਲੜਾਈ ਝਗੜਾ ਕਰਕੇ ਤਿਉਹਾਰ ਖਰਾਬ ਕਰ ਲੈਂਦੇ। ਕੁਝ ਲੋਕ ਉਹ ਨੇ ਜਿਹੜੇ ਤਿਉਹਾਰ ਵਾਲੇ ਦਿਨ ਜਾਗ ਕੇ ਤੇ ਰੱਬ ਦਾ ਨਾਮ ਲੈਂਦੇ ਵੀ ਅੱਜ ਦਿਨ ਤਿਉਹਾਰ ਚੰਗਾ ਆ, ਮੈਂ ਨਾਮ ਹੀ ਜਪ ਲਵਾਂ, ਸਫਲਾ ਕਰ ਲਵਾਂ। ਹੁਣ ਉਹ ਜਿਹੜੀਆਂ ਦੋ ਇਸਤਰੀਆਂ ਮਹਾਰਾਜ ਦੇ ਦਰਬਾਰ ਵਿੱਚ ਆਈਆਂ ਸਨ, ਸੰਗਤ ਨੇ ਉਹਨਾਂ ਬਾਰੇ ਸਵਾਲ ਕੀਤਾ। ਮਹਾਰਾਜ ਕੀ ਜਵਾਬ ਦੇਣਗੇ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀ ਹੈ। ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।